पहला मुद्दा नवजोत सिद्धू ने काफ़ी दिनों बाद प्रवासी पंजाबियों के एक समागम ਨੂੰ संबोधन किया है जिहदे च उन्होंने चेचे तौर पर गल कही है कि पिछले 25 सालों के दौरान जिहड़ियां भी सरकारां आईयां उन्हां दा एजेंडा पंजाब नहीं सी सगों उन्हां दा एजेंडा अपनियां जेबां भरना सी। कि नवजोत सिंह सिद्धू जो साडा प्रेजेंट पोलिटिकल सिस्टम हैगा ਉਹਦੇ ਤੋਂ ਨਾਖੁਸ਼ ਹੈਗਾ ਜਿਹੜੀ ਉਹਨਾਂ ਨੇ ਇਹ ਗੱਲ ਕਹੀ ਹੈ ਜਿਹੜੀ ਤੁਸੀਂ ਦੱਸੀ ਹੈ ਕਿ 25 ਸਾਲ ਤੋਂ ਜਿਹੜੀਆਂ ਪੋਲੀਟੀਕਲ ਪਾਰਟੀਆਂ ਔਰ ਜਿਹੜਾ ਸਿਆਸੀ ਨਿਜ਼ਾਮ ਸਾਡਾ ਸੀ ਉਹ ਲੁੱਟ ਖਸੁੱਟ 'ਚ ਲੱਗਾ ਰਿਹਾ। ਇਸ ਢੰਗ ਦੇ ਨਾਲ ਜਿਹੜੇ ਸਿਆਸੀ ਪਾਰਟੀਆਂ ਨੇ ਡੀਲ ਕੀਤਾ ਹੈਗਾ ਜਿਵੇਂ ਪਹਿਲਾਂ ਬੀਜੇਪੀ 'ਚ ਰਹੇ ਉੱਥੇ ਉਹਨੂੰ ਅਕਾਲੀ ਵੀ ਤੰਗ ਕਰਦੇ ਰਹੇ ਜਿਹੜੇ ਭਾਈਵਾਲ ਸੀ ਉਹਦੇ ਤੋਂ ਬਾਅਦ ਬੀਜੇਪੀ ਨੇ ਵੀ ਉਹਦੇ ਨਾਲ ਬਹੁਤਾ ਚੰਗਾ ਡੀਲ ਨਹੀਂ ਕੀਤਾ। ਹੁਣ ਕਾਂਗਰਸ ਵੀ हरेक 2 महीने बाद एक अगली डेट पा देंदी है कि तुसीं 2 महीने और वेट करो। नवजोत सिद्धू च भी कुछ हद तक इहो ਜਿਹੇ हालात ਨੂੰ ਲੈ ਕੇ ਇਹੋ ਜਿਹੇ एटीट्यूड ਨੂੰ ਲੈ ਕੇ फ्रस्ट्रेशन आ रही है ਜਿਹੜੀ ਕਿ ਸੁਭਾਵਿਕ ਹੈਗੀ ਹੈ। ਔਰ ਜੋ ਉਹਨਾਂ ਦਾ ਮੈਸੇਜ ਇਸ ਤਾਜ਼ਾ ਜਿਹੜੀ ਉਹਨਾਂ ਨੇ NRIs ਦੇ ਨਾਲ ਮੀਟਿੰਗ ਕੀਤੀ ਹੈ ਕਿਹਾ ਹੈਗਾ ਉਹਦੇ ਤੋਂ ਇੱਕ ਗੱਲ ਬੜੀ ਸਪਸ਼ਟ ਹੈ। ਉਹਨੇ ਕਾਫੀ ਐਫਰਟ ਕੀਤੀ ਪਰ ਸਰਕਾਰ ਵੱਲੋਂ ਕੋਈ ਹੁੰਗਾਰਾ ਨਾ ਮਿਲਣ ਕਰਕੇ ਚੁੱਕੇ ਸਾਡਾ ਸਾਰਾ ਪੋਲੀਟੀਕਲ ਨਿਜ਼ਾਮ ਜਿਹੜਾ ਹੈ ਉਹ ਸਾਰਾ ਇਸ ਗੱਲ ਤੇ ਤੁਲਿਆ ਹੋਇਆ ਕਿ ਸਾਰੇ ਜਿਹਨੇ ਵੰਡ ਕੇ ਇਹ ਜਿਹੜਾ ਸਰਕਾਰੀ ਰਿਸੋਰਸਸ ਹੈਗੇ ਨੇ ਇਹਨਾਂ ਨੂੰ ਲੁੱਟੋ, ਇਹਦੇ 'ਚ ਕੋਈ ਸ਼ੱਕ ਨਹੀਂ। ਉਹ ਨਰਿੰਦਰ ਮੋਦੀ ਨੇ ਖੇਤੀ ਦੇ 3 ਆਰਡੀਨੈਂਸ ਤਾਂ ਲਿਆਂਦੇ ਪਰ ਪੰਜਾਬ 'ਚ ਲਗਾਤਾਰ ਇਹਨਾਂ ਆਰਡੀਨੈਂਸਾਂ ਨੂੰ ਲੈ ਕੇ ਵਿਪਤਾ ਪਈ ਹੋਈ ਹੈ। ਕੈਪਟਨ ਅਮਰਿੰਦਰ ਨੇ ਇੱਕ ਦਿਨ ਪਹਿਲਾਂ ਜਿਹੜੀ ਮੀਟਿੰਗ ਕੀਤੀ ਹੈ ਕਿਸਾਨ ਜਥੇਬੰਦੀਆਂ ਨਾਲ ਸਾਰੀਆਂ ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਦੇ ਇਸ ਮੁੱਦੇ ਤੇ ਉਹ ਹਮਾਇਤ ਕਰਦੀਆਂ ਤੇ ਕੈਪਟਨ ਅਮਰਿੰਦਰ ਨੇ ਇੱਕ ਕਦਮ ਅੱਗੇ ਜਾ ਕੇ ਕਿਹਾ ਕਿ ਮੈਂ ਕਿਸਾਨੀ ਦੇ ਮੁੱਦਿਆਂ ਤੇ ਕੋਈ ਵੀ ਕੁਰਬਾਨੀ ਕਰਨ ਲਈ ਤਿਆਰ ਹਾਂ। ਇਹਦਾ ਇੱਕ ਸਾਫ਼ ਜਿਹਾ ਜਿਹੜਾ ਸੁਨੇਹਾ ਗਿਆ ਕਿ ਸਭ ਤੋਂ ਵੱਡਾ ਮਾਮਲਾ ਇਹ ਹੈ ਕਿ ਅਕਾਲੀ ਦਲ ਇਹਨਾਂ ਮੁੱਦਿਆਂ ਨੂੰ ਲੈ ਕੇ ਨਿਸ਼ਾਨੇ ਤੇ ਹੈ। ਜਗਤਾਰ ਜੀ ਤੁਸੀਂ ਉਹਨਾਂ ਸਰਕਾਰਾਂ ਦੇ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਦੇ ਕੋਲੋਂ ਕੀ ਉਮੀਦ ਕਰੋਗੇ ਜਿਨ੍ਹਾਂ ਨੇ ਆਪ ਹੀ ਚੰਡੀਗੜ੍ਹ ਦੇ ਕੰਢੇ ਉਹ ਆਪਣੀਆਂ ਕੋਠੀਆਂ ਬਣਾ ਲਈਆਂ, ਹੋਟਲ ਪਾ ਲਏ ਤੇ ਆਪਣਾ ਸਿੱਧੂ ਸਾਹਿਬ ਨੇ ਸੈਲਫ ਇੰਪੋਜ਼ਡ ਜਿਹੜਾ ਐਗਜ਼ਾਈਲ ਸੀ ਜਦੋਂ ਦੇ ਪਿਛਲੇ ਸਾਲ ਉਹਨਾਂ ਤੋਂ ਮੰਤਰੀ ਮੰਡਲ ਤੋਂ ਅਮਰਿੰਦਰ ਦੀ ਛੁੱਟੀ ਹੋਈ ਹੈ ਤਾਂ ਤੱਕ ਉਹ ਚੁੱਪੀ ਸਾਧੇ ਬੈਠੇ ਸੀ, ਹੁਣ ਉੱਥੋਂ ਆਏ ਹੈ। ਨਜ਼ਰੀਆ ਦੀ ਡਿਬੇਟ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਦਾ ਸਵਾਗਤ। ਅੱਜ ਆਪਾਂ 2 ਅਹਿਮ ਮੁੱਦਿਆਂ ਤੇ ਚਰਚਾ ਕਰ ਰਹੇ ਹਾਂ। ਪਹਿਲਾ ਮੁੱਦਾ ਨਵਜੋਤ ਸਿੱਧੂ ਨੇ ਕਾਫੀ ਦਿਨਾਂ ਬਾਅਦ ਪ੍ਰਵਾਸੀ ਪੰਜਾਬੀਆਂ ਦੇ एक समागम ਨੂੰ ਸੰਬੋਧਨ ਕੀਤਾ ਹੈ ਜਿਹਦੇ 'ਚ ਉਹਨਾਂ ਨੇ ਚੇਚੇ ਤੌਰ ਤੇ ਗੱਲ ਕਹੀ ਹੈ ਕਿ ਪਿਛਲੇ 25 ਸਾਲਾਂ ਦੇ ਦੌਰਾਨ ਜਿਹੜੀਆਂ ਵੀ ਸਰਕਾਰਾਂ ਆਈਆਂ ਉਹਨਾਂ ਦਾ ਏਜੰਡਾ ਪੰਜਾਬ ਨਹੀਂ ਸੀ ਸਗੋਂ ਉਹਨਾਂ ਦਾ ਏਜੰਡਾ ਆਪਣੀਆਂ ਜੇਬਾਂ ਭਰਨਾ ਸੀ। ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਪੰਜਾਬ ਨੂੰ ਇਸ ਵੇਲੇ ਇੱਕ ਰਲ ਕੇ ਹਮਲਾ ਮਾਰਨ ਦੀ ਬਚਾਉਣ ਦੀ ਜ਼ਰੂਰਤ ਹੈ। ਉਹਨਾਂ ਨੇ 3 ਨੰਨਿਆਂ ਦੀ ਗੱਲ ਕੀਤੀ, ਨੰਨਾ ਨੀਤੀ, ਨੰਨਾ ਨੀਅਤ ਤੇ ਨੰਨਾ ਜਿਹੜਾ ਹੈਗਾ ਜਿਸ ਤਰੀਕੇ ਦੇ ਨਾਲ ਨੀਅਤ ਨੂੰ ਅੱਗੇ ਲਿਜਾ ਕੇ ਆਪਾਂ ਕਹਿੰਦੇ ਹਾਂ ਕਿ ਉਹਨੂੰ ਇੰਪਲੀਮੈਂਟੇਸ਼ਨ ਦੀ ਆਪਾਂ ਗੱਲ ਕਰਦੇ ਹਾਂ, ਨਿਆਂ ਦੀ ਗੱਲ ਕਰਦੇ ਹਾਂ, ਨਿਆਂ ਤਿੰਨੇ ਜਿਹੜੇ ਹੈਗੇ ਨੰਨੇ ਆ ਉਹ ਕਹਿੰਦਾ ਕਿ ਜਦ ਤੱਕ ਲਾਗੂ ਨਹੀਂ ਹੋਣਗੇ ਪੰਜਾਬ ਦਾ ਭਲਾ ਨਹੀਂ ਹੋ ਸਕਦਾ। ਕਿਸ ਤਰੀਕੇ ਨਾਲ ਜਿਹੜਾ ਹੈਗਾ ਨਵਜੋਤ ਸਿੱਧੂ ਗੱਲ ਕਰਦੇ ਆ ਇਸ ਮੁੱਦੇ ਤੇ ਆਪਾਂ ਚਰਚਾ ਲਵਾਂਗੇ। ਦੂਜਾ ਜਿਹੜਾ ਅਹਿਮ ਮੁੱਦਾ ਇੱਕ ਹੋਰ ਪੰਜਾਬ 'ਚ ਇਸ ਵੇਲੇ 'ਚ ਮੈਂ ਕਹਾਂ ਤਾਂ ਪੂਰੀ ਇੱਕ ਤਰ੍ਹਾਂ ਦੀ ਕਤਾਰਬੰਦੀ ਬਣੀ ਹੋਈ ਹੈ। ਉਹ ਨਰਿੰਦਰ ਮੋਦੀ ਨੇ ਖੇਤੀ ਦੇ 3 ਆਰਡੀਨੈਂਸ ਤਾਂ ਲਿਆਂਦੇ ਪਰ ਪੰਜਾਬ 'ਚ ਲਗਾਤਾਰ ਇਹਨਾਂ ਆਰਡੀਨੈਂਸਾਂ ਨੂੰ ਲੈ ਕੇ ਵਿਪਤਾ ਪਈ ਹੋਈ ਹੈ। ਕੈਪਟਨ ਅਮਰਿੰਦਰ ਨੇ ਇੱਕ ਦਿਨ ਪਹਿਲਾਂ ਜਿਹੜੀ ਮੀਟਿੰਗ ਕੀਤੀ ਹੈ ਕਿਸਾਨ ਜਥੇਬੰਦੀਆਂ ਨਾਲ ਸਾਰੀਆਂ ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਦੇ ਇਸ ਮੁੱਦੇ ਤੇ ਉਹ ਹਮਾਇਤ ਕਰਦੀਆਂ ਤੇ ਕੈਪਟਨ ਅਮਰਿੰਦਰ ਨੇ ਇੱਕ ਕਦਮ ਅੱਗੇ ਜਾ ਕੇ ਕਿਹਾ ਕਿ ਮੈਂ ਕਿਸਾਨੀ ਦੇ ਮੁੱਦਿਆਂ ਤੇ ਕੋਈ ਵੀ ਕੁਰਬਾਨੀ ਕਰਨ ਲਈ ਤਿਆਰ ਹਾਂ। ਇਹਦਾ ਇੱਕ ਸਾਫ਼ ਜਿਹਾ ਜਿਹੜਾ ਸੁਨੇਹਾ ਗਿਆ ਕਿ ਸਭ ਤੋਂ ਵੱਡਾ ਮਾਮਲਾ ਇਹ ਹੈ ਕਿ ਅਕਾਲੀ ਦਲ ਇਹਨਾਂ ਮੁੱਦਿਆਂ ਨੂੰ ਲੈ ਕੇ ਨਿਸ਼ਾਨੇ ਤੇ ਹੈ। ਨਜ਼ਰੀਆ ਦੀ ਡਿਬੇਟ ਮੀਡੀਆ ਦੀ ਨਜ਼ਰਾਂ 'ਚ ਇਸ ਵੇਲੇ ਮੇਰੇ ਨਾਲ ਪੈਨਲ ਤੇ ਸਾਡੇ ਇਸ ਖਿੱਤੇ ਦੇ ਸੀਨੀਅਰ ਜਰਨਲਿਸਟ ਬੁੱਧੀਜੀਵੀ ਜੁੜ ਚੁੱਕੇ ਹੈ। ਸਾਡਾ ਨਿਮਾਣਾ ਜਿਹਾ ਉਪਰਾਲਾ ਹੁੰਦਾ ਦਰਸ਼ਕਾਂ ਦੇ ਲਈ ਸੱਚ ਦੀ ਪੇਸ਼ਕਾਰੀ। ਪੈਨਲ ਤੇ ਜੁੜਨ ਦੇ ਲਈ ਮੈਂ ਹਰਕਮਲਜੀਤ ਸਿੰਘ, AS ਪ੍ਰਾਸ਼ਰ ਜੀ, ਮਨਜੀਤ ਸਿੰਘ ਜੀ ਤਿੰਨੇ ਹੀ ਮਹਿਮਾਨਾਂ ਨੂੰ ਮੈਂ ਪੈਨਲ ਤੇ ਆਉਣ ਦੇ ਲਈ ਤੁਹਾਡੇ ਸਾਰਿਆਂ ਵੱਲੋਂ ਜੀ ਆਖਦਾ, ਵੈਲਕਮ ਕਰਦਾ। ਹਰਕਮਲ ਜੀ ਪਹਿਲਾ ਸਵਾਲ ਮੈਂ ਤੁਹਾਡੇ ਤੋਂ ਲੈ ਰਿਹਾ। ਨਵਜੋਤ ਸਿੱਧੂ ਨੇ ਜਿਹੜਾ ਓਵਰਸੀਜ਼ ਕਾਂਗਰਸ ਵਾਲਿਆਂ ਨੇ ਇੱਕ ਸੰਮੇਲਨ ਕੀਤਾ ਇੱਕ ਦਿਨ ਪਹਿਲਾਂ
ਉਹਦੇ ਜਿਹੜੇ ਕਮੈਂਟਸ ਕੀਤੇ ਆ, ਜਿੱਦਾਂ ਮੈਂ 3 ਨੰਨਿਆਂ ਦੀ ਗੱਲ ਕੀਤੀ ਹੈ, ਨੰਨਾ ਨੀਤੀ, ਨੰਨਾ ਨਿਆਂ ਤੇ ਨੰਨਾ ਨੀਅਤ। ਉਹਨੇ ਕਿਹਾ ਕਿ ਇਹਦੇ ਲਈ ਪੰਜਾਬੀਆਂ ਨੂੰ ਇਕੱਠੇ ਹੋ ਕੇ ਹਮਲਾ ਮਾਰਨ ਦੀ ਲੋੜ ਹੈ। ਲੱਗਦਾ ਹੈ ਜੋ ਇਹ ਗੱਲ ਕੀਤੀ ਹੈ ਸਿੱਧੂ ਨੇ, ਉਹਦੇ ਤੋਂ ਨਜ਼ਰ ਆ ਰਿਹਾ ਹੈ ਕਿ ਸਿੱਧੂ ਇਹਨਾਂ ਮੁੱਦਿਆਂ 'ਤੇ ਪੰਜਾਬ ਦੀ ਅਗਵਾਈ ਕਰਨ ਦੇ ਲਈ ਆਪਣੇ ਆਪ ਦੇ ਪਰ ਤੋਲ ਰਿਹਾ ਜਾਂ ਤਿਆਰ ਹੋ ਰਿਹਾ। ਕੀ ਮੈਸੇਜ ਜਿਹੜਾ ਹੈਗਾ ਮੀਡੀਆ ਦੇ ਅੰਦਰ ਗਿਆ ਜੋ ਨਵਜੋਤ ਸਿੱਧੂ ਨੇ ਕਿਹਾ? ਹਰਕਮਲ ਜੀ। ਜਗਤਾਰ ਜੀ, ਜੋ ਇੱਕ ਗੱਲ ਅਸੀਂ ਜੋ ਪੱਤਰਕਾਰ ਅੰਡਰਸਟੈਂਡ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਦੇਖੋ ਨਵਜੋਤ ਨਾਲ ਜਿਸ ਢੰਗ ਦੇ ਨਾਲ ਜਿਹੜੇ ਸਿਆਸੀ ਪਾਰਟੀਆਂ ਨੇ ਡੀਲ ਕੀਤਾ ਹੈਗਾ, ਜਿਵੇਂ ਪਹਿਲਾਂ ਉਹ ਬੀਜੇਪੀ 'ਚ ਰਹੇ, ਉੱਥੇ ਉਹਨੂੰ ਅਕਾਲੀ ਵੀ ਤੰਗ ਕਰਦੇ ਰਹੇ ਜਿਹੜੇ ਭਾਈਵਾਲ ਸੀ, ਉਹਦੇ ਤੋਂ ਬਾਅਦ ਬੀਜੇਪੀ ਨੇ ਵੀ ਉਹਦੇ ਨਾਲ ਬਹੁਤਾ ਚੰਗਾ ਡੀਲ ਨਹੀਂ ਕੀਤਾ। ਹੁਣ ਕਾਂਗਰਸ ਵੀ ਹਰੇਕ 2 ਮਹੀਨੇ ਬਾਅਦ ਇੱਕ ਅਗਲੀ ਡੇਟ ਪਾ ਦਿੰਦੀ ਹੈ ਕਿ ਤੁਸੀਂ 2 ਮਹੀਨੇ ਹੋਰ ਵੇਟ ਕਰੋ। ਮੇਰੇ ਖਿਆਲ 'ਚ ਨਵਜੋਤ ਸਿੱਧੂ 'ਚ ਵੀ ਕੁਛ ਹੱਦ ਤੱਕ ਇਹੋ ਜਿਹੇ ਹਾਲਾਤ ਨੂੰ ਲੈ ਕੇ, ਇਹੋ ਜਿਹੇ ਐਟੀਟਿਊਡ ਨੂੰ ਲੈ ਕੇ ਫਰਸਟ੍ਰੇਸ਼ਨ ਆ ਰਹੀ ਹੈ, ਜਿਹੜੀ ਕਿ ਸੁਭਾਵਕ ਹੈਗੀ ਹੈ। ਔਰ ਜੋ ਉਹਨਾਂ ਦਾ ਮੈਸੇਜ ਇਸ ਤਾਜ਼ਾ ਜਿਹੜੀ ਉਹਨਾਂ ਨੇ NRIs ਦੇ ਨਾਲ ਮੀਟਿੰਗ ਕੀਤੀ ਹੈ ਕਿਹਾ ਹੈਗਾ, ਉਹਦੇ ਤੋਂ ਇੱਕ ਗੱਲ ਬੜੀ ਸਪਸ਼ਟ ਹੈ ਕਿ ਨਵਜੋਤ ਸਿੰਘ ਸਿੱਧੂ ਜੋ ਸਾਡਾ ਪ੍ਰੈਜ਼ੈਂਟ ਪੋਲੀਟੀਕਲ ਸਿਸਟਮ ਹੈਗਾ ਉਹਦੇ ਤੋਂ ਨਾਖੁਸ਼ ਹੈਗਾ। ਜਿਹੜੀ ਉਹਨਾਂ ਨੇ ਇਹ ਗੱਲ ਕਹੀ ਹੈ, ਜਿਹੜੀ ਤੁਸੀਂ ਦੱਸੀ ਹੈ ਕਿ 25 ਸਾਲ ਤੋਂ ਜਿਹੜੀਆਂ ਪੋਲੀਟੀਕਲ ਪਾਰਟੀਆਂ ਔਰ ਜਿਹੜਾ ਸਿਆਸੀ ਨਿਜ਼ਾਮ ਸਾਡਾ ਸੀ ਉਹ ਲੁੱਟ ਖਸੁੱਟ 'ਚ ਲੱਗਾ ਰਿਹਾ। ਉਹਨਾਂ ਨੇ ਲੋਕਾਂ ਦੀ ਸੇਵਾ ਕਰਨ ਦੀ ਜਾਂ ਲੋਕਾਂ ਦੇ ਮਸਲੇ ਹੱਲ ਕਰਨ ਦੀ ਕੋਈ ਕੋਸ਼ਿਸ਼ ਨਹੀਂ ਕੀਤੀ। ਇਹਦੇ ਤੋਂ ਉਹਨੇ ਇੱਕ ਗੱਲ ਬੜੀ ਸਪਸ਼ਟ ਕਰਤੀ ਕਿ ਉਹਨੇ ਕਿਸੇ ਰਾਜਨੀਤਿਕ ਦਲ ਨੂੰ ਜਾਂ ਪਾਰਟੀ ਨੂੰ ਮਾਫ ਨਹੀਂ ਕੀਤਾ। ਉਹਨੇ ਇਹ ਨਹੀਂ ਕਿਹਾ ਕਿ ਕਾਂਗਰਸੀ ਜਿਹੜੇ ਮੇਰੇ ਬੜੇ ਸੱਚੇ ਸੁੱਚੇ ਨੇ ਤੇ ਬਾਕੀਆਂ ਨੇ ਲੁੱਟ ਖਸੁੱਟ ਕੀਤੀ। ਉਹਨੇ ਸਾਰਿਆਂ ਨੂੰ ਇੱਕ ਰੱਸੇ ਨਾਲ ਬੰਨ੍ਹ ਕੇ ਜਿਹੜਾ ਸਮੁੱਚਾ ਪੋਲੀਟੀਕਲ ਸਿਸਟਮ ਸਾਡਾ ਹੈਗਾ ਉਹਦੇ ਤੇ ਇੱਕ ਕਟਾਕਸ਼ ਕਿਸਮ ਦਾ ਦੱਸਿਆ ਹੈਗਾ। ਔਰ ਮੈਨੂੰ ਲੱਗਦਾ ਹੈ ਕਿ ਜਿਸ ਢੰਗ ਦੇ ਨਾਲ ਨਵਜੋਤ ਸਿੰਘ ਸਿੱਧੂ ਮੂਵ ਕਰ ਰਿਹਾ, ਮੈਨੂੰ ਜਿਹੜੀ ਇੱਕ ਗੱਲ ਮੈਂ ਆਪ ਸਮਝਣ ਦੀ ਕੋਸ਼ਿਸ਼ ਕਰ ਰਿਹਾ ਕਿ ਜਦੋਂ ਜੇ ਉਹਨੂੰ ਡਿਪਟੀ CM ਕੈਪਟਨ ਅਮਰਿੰਦਰ ਦੇ ਨਾਲ ਵੀ ਬਣਾ ਦਿੱਤਾ ਜਾਏ ਕਿ ਜੋ ਉਹ ਚਾਹੁੰਦਾ ਹੈਗਾ ਕਿ ਸਰਕਾਰੀ ਖਜ਼ਾਨੇ ਦੀ ਲੁੱਟ ਬੰਦ ਹੋਵੇ, ਜੋ ਉਹਨੇ ਮਗਰਲੀ ਸਰਕਾਰ 'ਚ ਮੰਤਰੀ ਹੁੰਦਿਆਂ ਕੈਪਟਨ ਦੇ ਨਾਲ ਕੋਸ਼ਿਸ਼ ਕੀਤੀ ਕਿ ਸ਼ਰਾਬ ਦਾ ਜਿਹੜਾ ਰੈਵਨਿਊ ਹੈਗਾ ਉਹਦੀ ਲੁੱਟ ਬੰਦ ਹੋਵੇ, ਰੇਤੇ ਬਜਰੀ ਦੀ ਲੁੱਟ ਬੰਦ ਹੋਵੇ, ਜਾਂ ਕਈ ਹੋਰ ਚੀਜ਼ਾਂ 'ਚ ਉਹਨੇ ਕੋਸ਼ਿਸ਼ ਕੀਤੀ ਜਿਹਦੇ 'ਚ ਕਾਮਯਾਬੀ ਉਹਨੂੰ ਕਿਸੇ 'ਚ ਨਹੀਂ ਮਿਲੀ। ਉਹਨੇ ਕਾਫੀ ਐਫਰਟ ਕੀਤੀ ਪਰ ਸਰਕਾਰ ਵੱਲੋਂ ਕੋਈ ਹੁੰਗਾਰਾ ਨਾ ਮਿਲਣ ਕਰਕੇ, ਕਿਉਂਕਿ ਸਾਡਾ ਸਾਰਾ ਪੋਲੀਟੀਕਲ ਨਿਜ਼ਾਮ ਜਿਹੜਾ ਹੈ ਉਹ ਸਾਰਾ ਇਸ ਗੱਲ ਤੇ ਤੁਲਿਆ ਹੋਇਆ ਕਿ ਸਾਰੇ ਜਣੇ ਵੰਡ ਕੇ ਇਹ ਜਿਹੜਾ ਸਰਕਾਰੀ ਰਿਸੋਰਸਸ ਹੈਗੇ ਨੇ ਇਹਨਾਂ ਨੂੰ ਲੁੱਟੋ। ਇਹਦੇ 'ਚ ਕੋਈ ਸ਼ੱਕ ਨਹੀਂ ਕਿ ਸਰਕਾਰ ਦੇ ਕੋਲ ਬੇਇੰਤਹਾ ਰਿਸੋਰਸਸ ਹੁੰਦੇ ਨੇ, ਬਹੁਤ ਪੈਸਾ ਹੁੰਦਾ ਹੈ, ਬਹੁਤ ਖਜ਼ਾਨਾ ਹੈ। ਔਰ ਲੁੱਟਣ ਵਾਲਿਆਂ ਨੂੰ ਇੱਕ ਸਮਝ ਪੈ ਗਈ ਹੈ ਕਿ ਜੇ ਲੁੱਟ ਕਰਨੀ ਹੈਗੀ ਤਾਂ ਸਭ ਤੋਂ ਵਧੀਆ ਕੰਮ ਤੇ ਇਹ ਹੈਗਾ ਕਿ ਸਰਕਾਰੀ ਖਜ਼ਾਨਾ ਲੁੱਟੋ, ਕੋਈ ਰੌਲਾ ਨਹੀਂ ਪਾਏਗਾ, ਕਿਸੇ ਨੂੰ ਤਕਲੀਫ ਨਹੀਂ ਹੋਏਗੀ। ਬਿਲਕੁਲ ਟੈਕਸ ਪੇਅਰਸ ਮਨੀ ਹੈ। ਹਰਕਮਲ ਜੀ ਵਿੱਚੋਂ ਟੋਕ ਰਿਹਾ ਤੁਹਾਨੂੰ, ਬਿਲਕੁਲ ਮੈਂ ਤੁਹਾਡੀ ਗੱਲ 'ਚ ਵਾਧਾ ਹੀ ਕਰ ਰਿਹਾ। ਨਵਜੋਤ ਸਿੱਧੂ ਨੇ ਜਿਹੜੀ ਗੱਲ ਕਹੀ, ਜਿਹਦੀ ਤੁਸੀਂ ਗੱਲ ਕਰ ਰਹੇ ਹੋ, ਉਹ ਕਹਿੰਦਾ ਜਿਹੜਾ ਚੰਡੀਗੜ੍ਹ ਦੇ ਆਲੇ ਦੁਆਲੇ ਜਿਹੜੀਆਂ ਸੈਂਕੜੇ ਏਕੜ ਜ਼ਮੀਨਾਂ ਬਾਹਰ ਸੂਕ ਲੋਕਾਂ ਨੇ ਦੱਬੀਆਂ ਉਹੀ ਖਾਲੀ ਕਰਾ ਕੇ ਵੇਚ ਦਿੱਤੀਆਂ ਜਾਣ ਤਾਂ ਕਹਿੰਦਾ ਪੰਜਾਬ ਦਾ ਸਾਰਾ ਕਰਜ਼ਾ ਉਤਰ ਜਾਏਗਾ। ਜੋ ਤੁਸੀਂ ਗੱਲ ਕਰ ਰਹੇ ਹੋ ਬਿਲਕੁਲ ਇਸੇ ਮੁੱਦੇ ਤੇ ਗੱਲ ਕੀਤੀ ਉਹਨਾਂ ਨੇ। ਬਿਲਕੁਲ ਉਹ ਠੀਕ ਕਹਿ ਰਿਹਾ ਹੈ, ਉਹ ਬਿਲਕੁਲ ਠੀਕ ਕਹਿ ਰਿਹਾ ਹੈ। ਇਹਦੇ 'ਚ ਇਹ ਇਸ਼ੂ ਬਾਰ-ਬਾਰ ਰੇਜ਼ ਹੁੰਦਾ ਰਿਹਾ, ਤੁਸੀਂ ਦੇਖਿਆ ਹੋਣਾ ਹੈ, ਤੁਸੀਂ ਬਤੌਰ ਜਰਨਲਿਸਟ ਵੀ ਸਾਰਾ ਕੁਝ ਦੇਖਿਆ ਕਿ ਕਿੰਨੇ ਕੋਈ ਇਹਦੇ ਤੇ ਕਮਿਸ਼ਨ ਬਣ ਚੁੱਕੇ ਨੇ, ਕਿੰਨੀਆਂ ਕੋਈ ਇਹਦੇ ਤੇ ਇਨਕੁਆਇਰੀਆਂ ਹੋ ਚੁੱਕੀਆਂ, ਸਾਰਾ ਕੁਝ ਸਾਹਮਣੇ ਆ ਚੁੱਕਾ ਹੈ। ਜਿੰਨੇ ਅਫਸਰਸ਼ਾਹੀ ਸਾਡੀ ਔਰ ਜਿੰਨੇ ਪੋਲੀਟੀਸ਼ੀਅਨ ਜਾਂ ਜਿਹੜੇ ਬਾਰਸੂਕ ਲੋਕ ਜਿੰਨੇ ਨੇ, ਇਹ ਸਾਰੇ ਉਹ ਨਜਾਇਜ਼ ਕਬਜ਼ੇ ਕਰਕੇ ਮੁਫਤ ਜ਼ਮੀਨਾਂ ਦੱਬ ਕੇ ਬੈਠੇ ਹੋਏ ਨੇ ਜਿਹੜੀਆਂ ਅਰਬਾਂ ਖਰਬਾਂ ਰੁਪਏ ਦੀਆਂ। ਉਹ ਬਿਲਕੁਲ ਨਵਜੋਤ ਠੀਕ ਕਹਿ ਰਿਹਾ, ਪਰ ਇਹ ਹੋਣਾ ਕੁਛ ਨਹੀਂ। ਜੋ ਸਾਡਾ ਸਿਸਟਮ ਬਣ ਗਿਆ ਹੈ, ਹਰੇਕ ਪੋਲੀਟੀਕਲ ਪਾਰਟੀ ਇੱਕ ਪੋਲੀਟੀਕਲ ਪਾਰਟੀ ਆ ਕੇ ਦੂਜੇ ਦੀ ਲੁੱਟ ਨੂੰ ਬਚਾਉਣ ਦੀ ਕੋਸ਼ਿਸ਼ ਕਰਦੀ ਕਿ ਉਹਨਾਂ ਨੂੰ ਪਤਾ ਕਿ ਕੱਲ ਨੂੰ ਸਾਨੂੰ ਵੀ ਲੋੜ ਪੈਣੀ ਹੈ। ਸੋ ਮੈਨੂੰ ਲੱਗਦਾ ਕਿ ਅਲਟੀਮੇਟਲੀ ਜੋ ਮੈਨੂੰ ਨਜ਼ਰ ਆ ਰਿਹਾ ਕਿ ਇਹ ਨਵਜੋਤ ਸਿੰਘ ਸਿੱਧੂ ਇਹ ਸਾਡੇ ਘਰੇ ਪੋਲੀਟੀਕਲ ਸਿਸਟਮ ਤੋਂ ਨਾ ਖੁਸ਼ ਹੋ ਕੇ ਜਾਂ ਮਾਯੂਸ ਹੋ ਕੇ ਕੋਈ ਅਲੱਗ ਰਸਤਾ ਨਾ ਅਪਣਾ ਲੇ। ਇਹ ਜਿਹੜੀ ਉਹਨਾਂ ਦੀ ਲੇਟੈਸਟ ਜੋ ਵੀ ਪ੍ਰੋਗਰਾਮ ਸੀ ਉਹਦੇ ਤੋਂ ਇੱਕ ਇਹ ਮੈਸੇਜ ਬੜਾ ਕਲੀਅਰ ਹੈਗਾ ਸੀ। ਜੀ ਹਰਕਮਲ ਜੀ, ਜਦੋਂ ਮੈਸੇਜ ਦੀ ਗੱਲ ਕਰਦੇ ਆ ਜਿਹੜਾ ਹੈਗਾ ਅਲੱਗ ਰਸਤੇ ਦਾ ਤੁਸੀਂ ਜ਼ਿਕਰ ਕਰ ਰਹੇ ਹੋ, ਜੋ ਉਹਨਾਂ ਨੇ ਕਮੈਂਟਸ ਕੀਤੇ NRI ਨੂੰ ਸੁਨੇਹਾ ਦਿੱਤਾ, ਜਦੋਂ 3 ਨੰਨਿਆਂ ਦੀ ਜਿਨ੍ਹਾਂ ਦੀ ਮੈਂ ਗੱਲ ਕੀਤੀ ਹੈ, ਨੀਤੀ ਦੀ, ਨਿਆਂ ਦੀ ਤੇ ਨੀਅਤ ਦੀ, ਉਹਦੇ 'ਚ ਇੱਕ ਗੱਲ ਤਾਂ ਨਜ਼ਰ ਆਉਂਦੀ ਹੈ ਕਿ ਉਹ ਇਸ ਭ੍ਰਸ਼ਟ ਤੇ ਕਰਪਟ ਸਿਸਟਮ ਦੇ ਖਿਲਾਫ ਲੜਨਾ ਚਾਹੁੰਦਾ ਹੈ
ਇਸ ਲਈ ਹੋ ਸਕਦਾ ਕਿ ਨਾ ਜਿੱਦਾਂ ਤੁਸੀਂ ਕਹਿ ਰਹੇ ਹੋ ਨਾ ਨੂੰ ਕਾਂਗਰਸ ਸੂਟ ਕਰਦੀ ਹੈ ਨਾ ਅਕਾਲੀ ਦਲ ਭਾਰਤੀ ਜਨਤਾ ਪਾਰਟੀ। ਸੋ ਪੋਸੀਬਲ ਹੈ ਕਿ ਨਵਜੋਤ ਸਿੱਧੂ ਕਿਸੇ ਉਸ ਰਸਤੇ ਵੱਲ ਇਕੱਲੇ ਤੌਰ ਤੇ ਵੱਧ ਰਿਹਾ ਔਰ ਪੰਜਾਬੀਆਂ ਤੇ ਟੇਕ ਰੱਖ ਰਿਹਾ ਇਸ ਗੱਲ ਦੇ ਲਈ। ਜੀ ਦੇਖੋ, ਇੱਕ ਗੱਲ ਬਿਲਕੁਲ ਤੁਹਾਡੀ ਗੱਲ ਠੀਕ ਹੈ। ਜੋ ਮੈਨੂੰ ਨਜ਼ਰ ਆ ਰਿਹਾ ਹੈ ਕਿ ਪਿਛਲੀ ਇਲੈਕਸ਼ਨ 'ਚ ਜਿਹੜਾ ਆਮ ਆਦਮੀ ਪਾਰਟੀ ਦਾ ਉਭਾਰ ਸੀ, ਉਹਨੇ ਇੱਕ ਗੱਲ ਸਪਸ਼ਟ ਕਰ ਦਿੱਤੀ ਹੈ ਕਿ ਜਿਹੜਾ ਕਾਮਨ ਪੰਜਾਬੀ ਹੈ, ਜਿਹੜੇ ਆਮ ਪੰਜਾਬੀ ਨੇ, ਉਹ ਪੋਲੀਟੀਕਲ ਸਿਸਟਮ 'ਚ ਤਬਦੀਲੀ ਚਾਹੁੰਦੇ ਨੇ। ਉਹ ਜਿਹੜੀ ਇਹ ਦੋ ਤਿੰਨ ਜਿਹੜੀ ਦਲਾਂ ਦੀ ਲੁੱਟ ਖਸੁੱਟ ਚੱਲ ਰਹੀ ਹੈ ਮਗਰਲੇ ਕਾਫੀ ਟਾਈਮ ਤੋਂ, ਉਹ ਉਹਦੇ ਤੋਂ ਨਿਜਾਤ ਚਾਹੁੰਦੇ ਨੇ, ਖੜਾ ਛੁਡਾਉਣਾ ਚਾਹੁੰਦੇ ਨੇ। ਲੇਕਿਨ ਉਹਨਾਂ ਨੇ ਇਹ ਸੋਚ ਕੇ ਕਿ ਸ਼ਾਇਦ ਆਮ ਆਦਮੀ ਪਾਰਟੀ ਪੰਜਾਬ 'ਚ ਆ ਕੇ ਕੋਈ ਨਵਾਂ ਕੁਝ ਕਰ ਸਕੇਗੀ ਜਾਂ ਉਹਨਾਂ ਨੂੰ ਇਹ ਪੁਰਾਣੇ ਸਿਸਟਮ 'ਚੋਂ ਕੱਢ ਸਕੇਗੀ, ਇਨੀਸ਼ੀਅਲੀ ਬਹੁਤ ਜ਼ੋਰਦਾਰ ਸਪੋਰਟ ਦਿੱਤੀ ਸੀ। ਲੇਕਿਨ ਜਦੋਂ ਉਹਨਾਂ ਨੂੰ ਸਮਝ ਪੈ ਗਈ ਵੀ ਆਮ ਆਦਮੀ ਪਾਰਟੀ ਵੀ ਇਹ ਤੇ ਉਸੇ ਸਿਸਟਮ ਦਾ ਹੀ ਹਿੱਸਾ ਹੈਗੀ ਹੈ, ਇਹਨਾਂ 'ਚ ਵੀ ਲੁੱਟ ਖਸੁੱਟ ਹੈਗੀ ਹੈ, ਇਹ ਵੀ ਟਿਕਟਾਂ ਪੈਸੇ ਲੈ ਕੇ ਦੇ ਸਕਦੇ ਨੇ ਔਰ ਇਹਨਾਂ 'ਚ ਵੀ ਆਊਟਸਾਈਡਰ ਜਿਹੜੇ ਆ ਕੇ ਇੱਥੇ ਪੰਜਾਬ 'ਚ ਲੁੱਟਣ ਦੀ ਕੋਸ਼ਿਸ਼ ਕਰ ਰਹੇ ਨੇ, ਉਸ ਗੱਲ ਕਰਕੇ ਸਡਨਲੀ ਇਲੈਕਸ਼ਨਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦਾ ਸਟਾਕ ਥੱਲੇ ਜਾਣ ਕਰਕੇ ਉਹ ਪਾਰਟੀ ਰਹਿ ਗਈ। ਇੱਕ ਅਦਰਵਾਈਜ਼ ਪੰਜਾਬੀਆਂ ਨੇ ਇੱਕ ਵਾਰੀ ਪਹਿਲਾਂ ਸ਼ੁਰੂ 'ਚ ਉਹਨਾਂ ਨੂੰ ਬਹੁਤ ਜ਼ੋਰਦਾਰ ਸਮਰਥਨ ਦਿੱਤਾ ਸੀ ਔਰ ਇਹ ਐਗਜ਼ਾਮਪਲ ਸੈੱਟ ਹੋ ਗਈ ਹੈ। ਮੇਰੇ ਖਿਆਲ ਨਵਜੋਤ ਸਿੰਘ ਜਾਂ ਬਾਕੀ ਲੋਕ ਜਿਹੜੇ ਨੇ ਉਹਨਾਂ ਨੂੰ ਇਹ ਗੱਲ ਸਮਝ ਪੈ ਰਹੀ ਹੈ ਕਿ ਪੰਜਾਬੀ ਚਾਹੁੰਦੇ ਕੀ ਹੈਗੇ ਨੇ, ਪੰਜਾਬੀ ਉਹਨਾਂ ਦੀ ਖਾਸ਼ ਕੀ ਹੈਗੀ ਹੈ, ਉਹਨਾਂ ਦੀ ਸੋਚ ਕੀ ਹੈਗੀ ਹੈ। ਮੇਰੇ ਖਿਆਲ 'ਚ ਕੱਲ ਨੂੰ ਇਸ ਗੱਲ ਦਾ ਕੋਈ ਹੋਰ ਵੀ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰ ਸਕਦਾ ਹੈ ਜਾਂ ਜਿਹੜਾ ਉਹ ਇੱਕ ਉਭਾਰ ਹੈਗਾ ਸੀ ਉਹਨੂੰ ਦੁਬਾਰਾ ਆਪਣੇ ਪਕੜਨ ਦੀ ਜਾਂ ਉਹਨੂੰ ਨਾਲ ਲੈਣ ਦੀ ਕੋਸ਼ਿਸ਼ ਕਰ ਸਕਦਾ। ਓਕੇ ਪ੍ਰਾਸ਼ੀਸ਼, ਇਸ ਮਾਮਲੇ ਤੇ ਹਰਕਮਲ ਜੀ ਗੱਲ ਕਰ ਰਹੇ ਆ, ਤੁਸੀਂ ਆਪਣਾ ਜਿਹੜਾ ਹੈਗਾ ਇਸ ਸਵਾਲ ਦੇ ਮੁੱਦੇ ਤੇ ਮੈਂ ਗੱਲ ਲਵਾਂਗਾ ਤੁਹਾਡੇ ਕੋਲੋਂ, ਪਰ ਮੈਂ ਇਹਦੇ 'ਚ ਗੱਲ ਕਹਿਣ ਤੋਂ ਪਹਿਲਾਂ ਇੱਕ ਵਾਅਦਾ ਕਰਨਾ ਚਾਹੁੰਦਾ। ਜੋ ਹਰਕਮਲ ਜੀ ਨੇ ਕਿਹਾ ਚੰਡੀਗੜ੍ਹ ਦੇ ਆਲੇ ਦੁਆਲੇ ਦਾ, ਤੁਸੀਂ ਵੀ ਬਹੁਤ ਸੀਨੀਅਰ ਜਰਨਲਿਸਟ ਹੋ, ਲੰਬੇ ਸਮੇਂ ਤੋਂ ਸਾਰਾ ਕਵਰ ਕਰਦੇ ਆ ਰਹੇ ਹੋ। ਮੇਰੀ ਜਾਣਕਾਰੀ ਮੁਤਾਬਕ ਜਿੱਦਾਂ ਹਰਕਮਲ ਜੀ ਕਹਿ ਰਿਹਾ ਹੈ, ਸੈਂਕੜੇ ਏਕੜਾਂ ਜ਼ਮੀਨਾਂ ਜਿਹੜੀਆਂ ਆਲੇ ਦੁਆਲੇ ਦੀਆਂ ਪੰਚਾਇਤਾਂ ਦੀਆਂ ਦੂਜੀਆਂ ਦੱਬੀਆਂ ਵੀ ਹੈ। ਪਿਛਲੇ ਸਮੇਂ ਦੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਨੂੰ ਨਿਯੁਕਤ ਕੀਤਾ ਸੀ ਕਿ ਇਹਦੀ ਬਦਲੀ ਨਹੀਂ ਹੋਏਗੀ, ਆ ਸਾਰੇ ਮਾਮਲੇ ਦੀ ਜਿਹੜੀ ਜਾਂਚ ਪੜਤਾਲ ਹੈ ਇਸ ਕਮੇਟੀ ਦਾ ਮੈਂਬਰ ਹੋਏਗਾ। ਜਨਾਬ ਸਰਕਾਰ ਜਿਹੜੀ ਕਿ ਆਪਣੇ ਆਪ ਨੂੰ ਬੜੀ ਦੁੱਧ ਧੋਤੀ ਸਮਝਦੀ ਹੈ, ਉਹਨਾਂ ਨੇ ਉਸ ਅਧਿਕਾਰੀ ਨੂੰ ਕਿਤੇ ਬਾਹਰ ਲੁਧਿਆਣੇ ਜਾਂ ਕਿਸੇ ਹੋਰ ਜਗ੍ਹਾ ਤਾਂ ਨਹੀਂ ਸੀ ਭੇਜ ਸਕਦੇ, ਪਰ ਉਹਨਾਂ ਨੇ ਘੱਟੋ ਘੱਟ ਜਿਹੜੀ ਪੋਸਟ ਤੇ ਬੈਠਾ ਸੀ ਉੱਥੋਂ ਤਬਾਦਲਾ ਕਰਤਾ, ਕਿਉਂਕਿ ਸਰਕਾਰ ਜਿਵੇਂ ਚਾਹੁੰਦੀ ਸੀ ਉਹਨਾਂ ਦੇ ਚਹੇਤਿਆਂ ਨੂੰ ਜ਼ਮੀਨਾਂ ਹੜੱਪਣ ਦੇ ਲਈ ਆਗਿਆ ਨਹੀਂ ਦਿੱਤੀ। ਸੋ ਇਸ ਕਰਕੇ ਭ੍ਰਿਸ਼ਟ ਸਿਸਟਮ ਇਸ ਹੱਦ ਤੱਕ ਹੈ ਕਿ ਸਾਰਿਆਂ ਦੇ ਗਲ ਤੱਕ ਆ ਚੁੱਕਾ। ਨਵਜੋਤ ਸਿੱਧੂ ਜਿਸ ਮਾਮਲੇ ਤੇ ਗੱਲ ਕਰਦੇ ਕਿ 25 ਸਾਲ ਸਾਰਿਆਂ ਨੇ ਡੁੱਬਿਆ ਲੁੱਟਿਆ ਪੰਜਾਬ ਨੂੰ, ਤੇ ਬਦਲ ਚਾਹੀਦਾ ਹੈ, ਜਿਹਦੇ ਨੀਤੀ ਦੀ ਗੱਲ ਹੈ, ਨੀਅਤ ਦੀ ਗੱਲ ਹੈ ਤੇ ਨਿਆਂ ਦੀ ਗੱਲ ਹੈ। ਕਿਵੇਂ ਇਸ ਮੁੱਦੇ ਨੂੰ ਦੇਖੋਗੇ ਪ੍ਰਾਸ਼ਰ ਜੀ? ਜਗਤਾਰ ਜੀ, ਤੁਸੀਂ ਉਹਨਾਂ ਸਰਕਾਰਾਂ ਦੇ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਦੇ ਕੋਲੋਂ ਕੀ ਉਮੀਦ ਕਰੋਗੇ ਜਿਨ੍ਹਾਂ ਨੇ ਆਪ ਹੀ ਚੰਡੀਗੜ੍ਹ ਦੇ ਕੰਢੇ ਉਹ ਆਪਣੀਆਂ ਕੋਠੀਆਂ ਬਣਾ ਲਈਆਂ, ਹੋਟਲ ਪਾ ਲਏ ਔਰ ਨਵੇਂ ਆਪਣੇ ਮੋਤੀਮਾਰ ਪੈਲੇਸ ਬਣਾ ਲਏ। ਉਹਨਾਂ ਵੱਲੋਂ ਉਹਨਾਂ ਨੇ ਕੀ ਕਰਨਾ? ਉਹਨਾਂ ਨੇ ਇਹਨੂੰ ਢੱਕਣਾ ਹੀ ਢੱਕਣਾ ਹੈ ਔਰ ਜਿਹੜਾ ਬੰਦਾ ਇਸ 'ਤੇ ਇਹ ਕਿੰਤੂ ਪ੍ਰੰਤੂ ਕਰੇਗਾ ਉਹਨੂੰ ਉਹ ਖੁੱਡ ਰਾਹੀਂ ਲਾਉਣ ਦੀ ਕੋਸ਼ਿਸ਼ ਕਰਨਗੇ। ਇਹਦੇ ਨਾਲ ਜਿਹੜੀ ਆਪਣਾ ਅੱਜ ਦਾ ਮੁੱਦਾ ਹੈ ਉਹਦੇ 'ਤੇ ਮੈਂ ਜਿਹੜੀ ਗੱਲ ਕਹਿਣਾ ਚਾਹੁੰਦਾ ਹੈ ਉਹ ਇਹ ਹੈ ਕਿ ਇਹ ਆਪਣਾ ਸਿੱਧੂ ਸਾਹਿਬ ਨੇ ਸੈਲਫ ਇੰਪੋਜ਼ਡ ਜਿਹੜਾ ਐਗਜ਼ਾਈਲ ਸੀ, ਜੋ ਉਹਦੇ ਪਿਛਲੇ ਸਾਲ ਉਹਨਾਂ ਤੋਂ ਮੰਤਰੀ ਮੰਡਲ ਤੋਂ ਅਮਰਿੰਦਰ ਦੀ ਛੁੱਟੀ ਹੋਈ ਹੈ, ਤਾਂ ਤੱਕ ਉਹ ਚੁੱਪੀ ਸਾਧੇ ਬੈਠੇ ਸੀ, ਹੁਣ ਉਸ 'ਚੋਂ ਆਏ ਹੈ ਔਰ ਐਡਰੈਸ ਕੀ ਕੀਤਾ ਹੈ ਇੰਡੀਅਨ ਓਵਰਸੀਜ਼ ਕਾਂਗਰਸ ਦੇ ਇੱਕ ਆਨਲਾਈਨ ਸੈਸ਼ਨ ਨੂੰ। ਔਰ ਉਹਦੇ ਵਿੱਚ ਜਿਹੜੀ ਹੁਣ ਸਭ ਤੋਂ ਜਿਹੜੀ ਮੈਂ ਸਮਝਦਾ ਇੰਟਰਸਟਿੰਗ ਗੱਲ ਹੈ ਔਰ ਸਾਡੇ ਨੋਟਿਸ ਨਹੀਂ ਆਈ, ਉੱਥੇ ਇਹ ਹੈ ਕਿ ਇੰਡੀਅਨ ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਗਿਲਜੀਆ ਨੇ ਕਿਹਾ ਹੈ ਸਿੱਧੂ ਸਾਹਿਬ ਕਿ ਤੁਹਾਨੂੰ ਹਰ NRI ਹਰ ਪੰਜਾਬੀ ਮੁੱਖ ਮੰਤਰੀ ਦੇ ਤੌਰ 'ਤੇ ਦੇਖਣਾ ਚਾਹੁੰਦਾ ਹੈ। ਨੋ ਹੁਣ ਘੁੰਮ ਫਿਰ ਕੇ ਗੱਲ ਇੱਥੇ ਆ ਕੇ ਰਹਿ ਜਾਂਦੀ ਹੈ ਕਿ ਉਹ ਕਹਿੰਦੇ ਹੈ ਕਿ ਮੁੱਖ ਮੰਤਰੀ ਵੱਲ ਦੇਖ। ਹੁਣ ਪ੍ਰੋਬਲਮ ਇਹ ਹੈ ਕਿ ਸਿੱਧੂ ਸਾਹਿਬ ਪਹਿਲੇ ਵੀ ਮੁੱਖ ਮੰਤਰੀ ਦੀ ਕੁਰਸੀ ਵੱਲ ਦੇਖਦੇ ਰਹੇ ਹੈ, ਜਿਸ ਲਈ ਉਹ BJP ਦੇ ਵਿੱਚ ਤਾਂ ਵੀ ਉਹਨਾਂ ਨੇ ਇਹੀ ਟਰਾਈ ਕੀਤਾ, ਫਿਰ ਉਹ ਆਮ ਆਦਮੀ ਪਾਰਟੀ ਨੇ ਉਹਨਾਂ ਨੇ ਗਿਟਬਿਟ ਕੀਤੀ, ਫਿਰ ਆਪਣੀ ਪਾਰਟੀ ਬਣਾ ਕੇ ਵੀ ਦੇਖ ਲਈ, ਉੱਥੇ ਵੀ ਦਾਲ ਨਹੀਂ ਗਲੀ, ਔਰ ਫਿਰ ਕਾਂਗਰਸ ਪਾਰਟੀ ਦੇ ਵਿੱਚ ਆ ਕੇ ਵੀ ਉਹਨਾਂ ਨੇ ਪਾਰਟੀ ਦੇ ਅੰਦਰ ਤੇ ਬਾਹਰ ਛਾਣ ਦੀ ਕੋਸ਼ਿਸ਼ ਕੀਤੀ, ਜਿਹਨੂੰ ਕਿ ਕੈਪਟਨ ਅਮਰਿੰਦਰ ਨੇ ਪਸੰਦ ਨਹੀਂ ਕੀਤਾ ਔਰ ਇਹੋ ਜਿਹੇ ਹਾਲਾਤ ਕ੍ਰੀਏਟ ਕਰਕੇ ਕਿ ਉਹਨਾਂ ਨੂੰ ਬਾਹਰ ਦਾ ਰਸਤਾ ਜਾਣਾ ਪਿਆ ਔਰ ਈਵਨ ਕਾਂਗਰਸ ਹਾਈ ਕਮਾਂਡ ਵੀ ਜਿਹੜਾ ਸੀ ਉਹਨਾਂ ਦੀ ਮਦਦ ਨਹੀਂ ਕਰ ਸਕਿਆ। ਹੁਣ ਇਸ ਗੱਲ ਦੇ ਉੱਤੇ ਜੋ ਇਹ ਘਟਨਾਕ੍ਰਮ ਹੋਇਆ ਪਿਛਲੇ 3-4-5 ਸਾਲ ਦਾ, ਉਸ ਦੇ ਉੱਤੇ ਅਗਰ
ये नवजोत सिद्धू खफा है या मायूस है या फ्रस्ट्रेटेड है तो बड़ा अंडरस्टेबल है क्योंकि पंजाब देखिए हिंदुस्तान की सियासत ही ਇਹੋ ਜਿਹੀ ਹੈ कि ਇੱਥੇ हर बंदा हर सियासतदान एक दूजे की लत खिंचता है और वो यही समझता है कि अगर मैं उत्ते जाना है तो इनू थले सुट्टो। इसी तरह कांग्रेस पार्टी 'ਚ होया, इसी तरह बीजेपी ਦੇ ਵਿੱਚ ਹੋਇਆ और सब का विक्टम ਜਿਹੜਾ ਹੈ नवजोत सिंह सिद्धू ਰਿਹਾ है। ਹੁਣ ਸਾਲ ਡੇਢ ਸਾਲ ਬਾਅਦ ਉਹਨੂੰ ਠੰਡੇ ਬਸਤੇ ਵਿੱਚ ਪਏ ਰਹੇ ਨੂੰ ਬਾਹਰ ਆਏ ਨੇ, ਉੱਥੇ ਆ ਕੇ ਉਹਨਾਂ ਨੇ ਆ ਕੇ ਸਾਰਾ ਦਾ ਸਾਰਾ ਜਿਹੜਾ ਸਿਸਟਮ ਹੈ ਉਹਨੂੰ ਕੰਡੈਮ ਕਰਤਾ ਹੈ। ਉਹ ਪ੍ਰੋਬਲਮ ਹੈ ਕਿ ਸਿਸਟਮ ਜੇ ਖਰਾਬ ਹੈ ਤਾਂ ਉਹਨੂੰ ਠੀਕ ਕਰਨ ਦਾ ਕੋਈ ਹੱਲ ਵੀ ਦੱਸੋ। ਉਹਦਾ ਹੱਲ ਕੋਈ ਨਹੀਂ ਹੈ, ਨਾ ਹੀ ਉਹਨਾਂ ਨੇ ਕੋਈ ਦੱਸਿਆ ਉਹ ਨਾ ਹੀ ਤੁਸੀਂ ਅਸੀਂ ਕੋਈ ਕਰ ਸਕਦੇ ਹਾਂ, ਕਿਉਂਕਿ ਇਹ ਸਾਰਾ ਸਿਸਟਮ ਓਵਰਆਲ ਤਾਂ ਹੋਏਗਾ ਜਿਸਲੇ ਇੱਥੇ ਸੱਚੇ ਸੁੱਚੇ ਬੰਦੇ ਜਿਹੜੇ ਹੈ ਜਿਹੜੇ ਲੋਕਾਂ ਦੇ ਪ੍ਰਤੀ ਨਿਸ਼ਠਾ ਰੱਖਦੇ ਹੈ, ਉਹਨਾਂ ਦੇ ਵੈਲਫੇਅਰ ਦੇ ਵਿੱਚ ਵਿਸ਼ਵਾਸ ਰੱਖਦੇ ਹੈ, ਉਹ ਅੱਗੇ ਆਉਣਗੇ ਔਰ ਅੱਗੇ ਆ ਕੇ ਇਹਨੂੰ ਪੂਰਾ ਓਵਰਆਲ ਕਰਨਗੇ। ਮੈਨੂੰ ਨਹੀਂ ਲੱਗਦਾ ਕਿ ਇਹੋ ਜਿਹੀ ਕੋਈ ਉਮੀਦ ਆਪਾਂ ਪ੍ਰੈਜ਼ੈਂਟ ਜਿਹੜਾ ਕ੍ਰੌਪ ਹੈਗਾ ਇਹਨਾਂ ਤੋਂ ਕੋਈ ਸਿਆਸਤਦਾਨਾਂ ਦਾ ਇਹਨਾਂ ਤੋਂ ਕੋਈ ਉਮੀਦ ਰੱਖੀਏ, ਕਿਉਂਕਿ ਇਹ ਸਾਰੇ ਆਪਣੇ ਹਿਸਾਬ ਨਾਲ ਲੱਗੇ ਹੋਏ ਆ। ਮੈਨੂੰ ਯਾਦ ਆਉਂਦਾ ਹੈ ਕਿ ਸੁਖਬੀਰ ਸਿੰਘ ਬਾਦਲ ਜਿਸਲੇ ਆਪਣੀ ਨਵੀਂ ਸੱਤਾ ਤੋਂ ਹਾਰੇ ਸੀ ਔਰ ਬੈਠੇ ਸੀ ਇੱਕ ਵਾਰੀ ਆਪਣਾ ਪਾਰਟੀ ਹੈਡਕੁਆਟਰ 'ਚ, ਉੱਥੇ ਕੁਝ ਪ੍ਰੈਸ ਵਾਲੇ ਜਿਹਨਾਂ 'ਚ ਤੁਹਾਡਾ ਮਿੱਤਰ ਵੀ ਸ਼ਾਮਿਲ ਸੀ, ਉਹ ਕਹਿਣ ਲੱਗੇ ਜੀ ਦੇਖੋ ਅਸੀਂ ਉਤਰੇ ਹਾਂ ਅਤੇ ਕਾਂਗਰਸੀ ਆ ਕੇ ਬਹਿ ਗਏ ਹੈ, ਉਹ ਭੁੱਖੇ ਸ਼ੇਰਾਂ ਮੰਗਰ ਪਏ ਹੈ, ਚਾਹੇ ਉਹ ਸ਼ਰਾਬ ਦਾ ਮਾਫੀਆ ਹੋਵੇ, ਚਾਹੇ ਉਹ ਰੇਤ ਦਾ ਹੋਵੇ, ਚਾਹੇ ਉਹ ਟਰਾਂਸਪੋਰਟ ਦਾ ਹੋਵੇ, ਕੋਈ ਹੋਵੇ। ਕਹਿੰਦੇ ਜਿੱਦਾਂ ਇੰਨੀ ਦੇਰ ਦੇ 5-10 ਸਾਲ ਹੋ ਗਏ ਸੀ ਵਿਚਾਰੇ ਨੂੰ ਧੱਕੇ ਖਾਂਦੇ, ਉਹ ਆ ਕੇ ਉਹਨਾਂ ਨੇ ਜਿਹੜੇ ਕੰਮ ਅਸੀਂ ਕਰਦੇ ਸੀ ਉਹੀ ਕੰਮ ਉਹਨਾਂ ਨੇ ਸ਼ੁਰੂ ਕਰਤਾ। ਦੇਖੋ ਮੈਂ ਸਮਝਦਾ ਕਿ ਇਹ ਬੜੀ ਵੱਡੀ ਗੱਲ ਹੈ ਕਿ ਪਾਰਟੀ ਦਾ ਪ੍ਰਧਾਨ ਕਹਿ ਰਿਹਾ ਹੈ ਕਿ ਸਾਡੀ ਅਸੀਂ ਜੋ 10 ਸਾਲ 'ਚ ਕੀਤਾ ਉਹ ਆ ਕੇ ਹੁਣ ਕਾਂਗਰਸੀਆਂ ਨੇ ਉਹਨੂੰ ਉਹੀ ਕੰਮ ਅੱਗੇ ਸ਼ੁਰੂ ਕਰਤਾ। ਤਾਂ ਇਹਨਾਂ ਹਾਲਾਤ ਦੇ ਵਿੱਚ ਅਗਰ ਨਵਜੋਤ ਸਿੰਘ ਸਿੱਧੂ ਵਰਗਾ ਬੰਦਾ ਜਿਹੜੇ ਕਿ ਆਪਣੀ ਇਮੇਜ ਜਿਹੜੀ ਸਾਫ਼ ਸੁਥਰੀ ਹੈ ਔਰ ਉਹਦੇ ਵਿੱਚ ਪੰਜਾਬ ਦੀ ਜਨਤਾ ਲਈ ਕੰਮ ਕਰਨ ਦਾ ਔਰ ਉਹਨਾਂ ਦੇ ਵੈਲਫੇਅਰ ਦਾ ਜਜ਼ਬਾ ਵੀ ਹੈਗਾ, ਉਹਨੂੰ ਅਗਰ ਗਰੀਬ ਨੂੰ ਰਾਹ ਨਹੀਂ ਲੱਭ ਰਿਹਾ ਤਾਂ ਫਿਰ ਉਹ ਇਹੋ ਜਿਹੀ ਗੱਲ ਹੀ ਕਰੇਗਾ। ਲੇਕਿਨ ਇਹ ਸਭ ਦੀ ਜਿਹੜੀ ਬਾਟਮ ਲਾਈਨ ਇਹੀ ਹੈ ਕਿ ਮੁੱਖ ਮੰਤਰੀ ਅਗਰ ਉਹ ਸਮਝਦੇ ਹੈ ਕਿ ਮੈਂ ਅਗਰ ਬਣਦਾ ਹੈ ਤਾਂ ਹੀ ਪੰਜਾਬ ਦੀ ਅਰਥ ਵਿਵਸਥਾ, ਪੰਜਾਬ ਦੀ ਸਿਆਸਤ ਔਰ ਪੰਜਾਬ ਦੇ ਵਿੱਚ ਜਿਹੜਾ ਓਵਰਆਲ ਜਿਹੜਾ ਇੱਥੇ ਸਿਸਟਮ ਹੈ ਉਹ 'ਚ ਸੁਧਾਰ ਹੋ ਸਕਦਾ ਹੈ। ਔਰ ਉਹ ਹੁਣ ਕਿਵੇਂ ਮੁੱਖ ਮੰਤਰੀ ਬਣਨਗੇ ਇਹ ਹੁਣ ਅਗਰ ਆਉਣ ਵਾਲੇ ਇਲੈਕਸ਼ਨ ਹੈ 2021 ਦੇ ਨੇੜੇ ਆਉਂਦੇ ਜਾ ਰਹੇ ਹੈ, ਉਹ ਸਾਨੂੰ ਉਹਦੇ ਵਿੱਚ ਪਤਾ ਲੱਗੇਗਾ। ਜੀ ਪ੍ਰੈਸ ਜੀ, ਇੱਕ ਛੋਟਾ ਜਿਹਾ ਸਵਾਲ ਮੈਂ ਅੱਗੇ ਜਾਣ ਤੋਂ ਪਹਿਲਾਂ, ਜਦੋਂ ਤੁਸੀਂ ਮੁੱਖ ਮੰਤਰੀ ਦੀ ਗੱਲ ਕੀਤੀ ਹੈ, ਜਿਹੜਾ ਮੌਜੂਦਾ ਨਿਜ਼ਾਮ ਹੈ, ਜੇ ਆਪਾਂ ਕਾਂਗਰਸ ਦੀ ਗੱਲ ਕਰ ਲਈਏ, ਅਕਾਲੀ ਦਲ ਭਾਰਤੀ ਜਨਤਾ ਪਾਰਟੀ ਨਾਲ ਤਾਂ ਉਹਨਾਂ ਦਾ ਕੋਈ ਸਰੋਕਾਰ ਹੀ ਨਹੀਂ। ਚਲੋ ਅਜੇ ਤੱਕ ਜੋ ਵੀ ਹੈ ਟੈਕਨੀਕਲ ਤੌਰ 'ਤੇ ਕਾਂਗਰਸ ਦੇ ਵਿੱਚ ਬੈਠੇ ਹੈ, ਕੈਪਟਨ ਅਮਰਿੰਦਰ ਮੁੱਖ ਮੰਤਰੀ ਹੈ, ਤੁਸੀਂ ਆਪ ਮੋਤੀ ਮਹਿਲ ਦੀ ਅਤੇ ਦੂਜੇ ਸਾਰੇ ਸਿਸਟਮ ਦੀ ਗੱਲ ਕਰ ਰਹੇ ਹੋ। ਇਸ ਸਿਸਟਮ ਦੇ ਵਿੱਚ ਰਹਿ ਕੇ ਤਾਂ ਜੇ ਆਪਾਂ ਸਵਾਲ ਕਰਦੇ ਹਾਂ, ਲੱਗਦਾ ਨਹੀਂ ਕਿ ਨਵਜੋਤ ਸਿੱਧੂ ਤੋਂ ਕੋਈ ਉਮੀਦ, ਕਿਉਂਕਿ ਉੱਥੇ ਤਾਂ ਵੰਡੀਆਂ ਪਈਆਂ ਵੀ ਆ, ਕਿਸੇ ਨੇ ਰੇਤੇ ਦੀਆਂ ਖੱਡਾਂ ਦੀ ਵੰਡ ਪਾਈ ਵੀ ਹੈ, ਕਿਸੇ ਨੇ ਜਿਹੜੀ ਕਿ ਚਿੱਟੇ ਦੀ ਵੰਡ ਪਾਈ ਵੀ ਹੈ, ਕਿਸੇ ਨੇ ਸ਼ਰਾਬ ਦੇ ਠੇਕਿਆਂ ਦੀ ਵੰਡ ਪਾਈ ਵੀ ਹੈ, ਕਿਸੇ ਨੇ ਟਰਾਂਸਪੋਰਟ ਦੀ ਵੰਡ ਪਾਈ ਵੀ ਹੈ, ਅਤੇ ਕਿਸੇ ਨੇ ਡਾਇਰੈਕਟਲੀ ਭ੍ਰਿਸ਼ਟਾਚਾਰੀ ਮੀਡੀਆ ਦੀ ਵੰਡੀ ਵੀ ਪਾਈ ਵੀ ਹੈ। ਸੋ ਇਸ ਕਰਕੇ ਮੌਜੂਦਾ ਸਿਸਟਮ ਦਾ ਪੋਸੀਬਿਲਿਟੀ ਹੋ ਨਹੀਂ ਸਕਦੀ। ਲੱਗਦਾ ਹੈ ਕਿ ਕੋਈ ਨਵਾਂ ਜਿਹੜਾ ਚੈਲੰਜ, ਜਿਹੜਾ ਨਵੀਂ ਇਲੈਕਸ਼ਨ ਆਏਗੀ ਤਾਂ ਜੀ ਨਵਜੋਤ ਸਿੱਧੂ ਦਾ ਏਜੰਡਾ ਲਾਗੂ ਹੋ ਸਕਦਾ ਹੈ। ਕਿਵੇਂ ਦੇਖਦੇ ਹੋ ਮੌਜੂਦਾ ਏਜੰਡੇ ਜਾਂ ਮੌਜੂਦਾ ਸਿਸਟਮ 'ਚ ਪੋਸੀਬਲ ਹੀ ਨਹੀਂ ਹੈ? ਦੇਖੋ ਜਿਹੜੀਆਂ ਮੌਜੂਦਾ ਪਾਰਟੀਆਂ ਹੈ, ਮੇਰਾ ਨਹੀਂ ਖਿਆਲ ਕਿ ਉਹਨਾਂ ਨੂੰ ਨੇੜੇ ਲੱਗਣ ਦੇਣਗੀਆਂ। ਇਹਦੇ ਵਿੱਚ ਹੁਣ ਕਿਸ ਤਰ੍ਹਾਂ ਦੀ ਉਹ ਨਵਜੋਤ ਸਿੱਧੂ ਦੀ ਕੀ ਵਿਉਂਤਬੰਦੀ ਹੈ, ਕੀ ਉਹਨਾਂ ਦੀ ਸਟ੍ਰੈਟਜੀ ਹੈ, ਇਹਦੇ ਵਿੱਚ ਮੈਨੂੰ ਪਾਰਟੀਆਂ ਨਾਲ ਜੋੜਨੀਆਂ ਪੈਣਗੀਆਂ, ਸੱਚੇ ਸੁੱਚੇ ਬੰਦੇ। ਮੈਂ ਤੁਸੀਂ ਇਹ ਦੇਖੋ ਕਿ ਨਵਜੋਤ ਸਿੱਧੂ ਦੀ ਜਿਹੜੀ ਹੈ ਇਹਨਾਂ ਨੇ ਬਿਆਨ ਦਿੱਤਾ ਹੈ, ਉਹਦਾ ਵੈਲਕਮ ਕਿਹਦੇ ਵੱਲੋਂ ਆਇਆ? ਸੁਖਪਾਲ ਸਿੰਘ ਖਹਿਰੇ ਵੱਲੋਂ। ਉਹ ਉਹਨਾਂ ਨੂੰ ਕਹਿ ਰਹੇ ਕਿ ਅੱਗੇ ਵਧੋ, ਅਸੀਂ ਤੁਹਾਡੇ ਨਾਲ ਹੈ। ਹੁਣ ਖਹਿਰੇ ਦੀ ਆਪਣੀ ਤੁਸੀਂ ਦੇਖ ਲਓ ਕੀ ਪਰਫਾਰਮੈਂਸ ਰਹੀ ਆਪਣੇ ਵਿੱਚ, ਕੀ ਪਾਰਟੀ ਦੇ ਵਿੱਚ ਕੀਤਾ ਉਹਨਾਂ ਨੇ। ਔਰ ਇਲੈਕਸ਼ਨ ਲੜਨ ਤੋਂ ਬਾਅਦ, ਇਲੈਕਸ਼ਨ ਕਮਿਸ਼ਨ ਦੇ ਕੋਡ ਆਫ ਕੰਡਕਟ ਨੂੰ ਵਾਇਓਲੇਟ ਕਰਨ ਤੋਂ ਬਾਅਦ, ਉਸ ਤੋਂ ਬਾਅਦ ਉਹ ਫਿਰ ਐਮਐਲਏ ਬਣੇ ਬੈਠੇ ਹੈ। ਇਹੋ ਜਿਹੇ ਬੰਦੇ ਅਗਰ ਆ ਕੇ ਉਹਨਾਂ ਦੇ ਨਾਲ ਜੁੜਦੇ ਹੈ ਤਾਂ ਉਹ ਆਪਣੇ ਦਾ ਕੀ ਕਰਨਗੇ? ਉਹ ਨਵਜੋਤ ਸਿੰਘ ਸਿੱਧੂ ਨੂੰ ਵੀ ਥੱਲੇ ਸੁੱਟਣਗੇ। ਤਾਂ ਇਸ ਵੇਲੇ ਫਿਲਹਾਲ ਦੀ ਘੜੀ ਸਮਝਦਾ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਇਸ 'ਤੇ ਕਾਫੀ ਐਕਸਰਸਾਈਜ਼ ਸੋਚ ਸਮਝ ਕੇ ਅੱਗੇ ਵਧਣਾ ਪਏਗਾ। ਦੇਖੋ ਹੁਣ ਬਿਲਕੁਲ ਔਰ ਪੋਟੈਂਸ਼ੀਅਲ ਵੀ ਹੈਗਾ, ਲੇਕਿਨ ਇਹ 'ਤੇ ਕੰਮ ਕਰਨ ਦੀ ਲੋੜ ਹੈ। ਯੈਸ, ਬਿਲਕੁਲ ਸੋਚ ਸਮਝ ਕੇ ਫੈਸਲੇ ਲੈਣ ਦੀ ਲੋੜ ਹੈਗੀ ਹੈ। ਪ੍ਰੋਫੈਸਰ ਮਨਜੀਤ ਸਿੰਘ ਜੀ, ਤੁਸੀਂ ਜਿਹੜਾ ਹੈਗਾ ਪੋਲੀਟੀਕਲ ਤੌਰ 'ਤੇ ਕਾਫੀ ਬਰੀਕੀ ਦੇ ਨਾਲ ਸਾਰੇ ਇਸ਼ੂਜ਼ ਦੇਖਦੇ ਹੋ, ਪੰਜਾਬ ਦੇ ਆਪ ਵੀ ਪੋਲੀਟੀਕਲ ਸਿਸਟਮ ਦੇ ਨਾਲ ਜੁੜੇ ਵੀ ਹੋ, ਤਬਦੀਲੀ ਦੇ ਦਾਅਵੇਦਾਰ ਹੋ, ਹੱਕਦਾਰ ਹੈਗੇ ਹੋ। ਪਰ ਜੋ ਨਵਜੋਤ ਸਿੱਧੂ ਨੇ ਕਿਹਾ, ਤੁਸੀਂ ਆਮ ਤੌਰ 'ਤੇ ਕਹਿੰਦੇ ਹੁੰਦੇ ਹੋ ਕਿ ਵੀ
ਪਰਸਨੈਲਿਟੀ ਦੀ ਲੜਾਈ ਨਹੀਂ ਹੋਣੀ ਚਾਹੀਦੀ, ਮੁੱਦਿਆਂ ਤੇ ਹੋਣੀ ਚਾਹੀਦੀ ਹੈ। ਨਵਜੋਤ ਸਿੱਧੂ ਨੇ, ਮੈਨੂੰ ਲੱਗਦਾ ਕਿ ਪਹਿਲੀ ਵਾਰੀ ਜੋ ਤੁਸੀਂ ਕਮੈਂਟਸ ਕਰਦੇ ਹੁੰਦੇ ਹੋ, ਉਹਨੇ ਨਿਆਂ ਦੀ ਗੱਲ ਕੀਤੀ ਹੈ ਪੰਜਾਬ ਦੇ ਲਈ, ਉਹਨੇ ਨੀਤੀ ਦੀ ਗੱਲ ਕੀਤੀ ਹੈ ਪੰਜਾਬ ਦੇ ਲਈ, ਤੇ ਉਹਨੇ ਇਸੇ ਤਰੀਕੇ ਦੇ ਨਾਲ ਨੀਅਤ ਦੀ ਗੱਲ ਕੀਤੀ ਹੈ ਪੋਲੀਟੀਸ਼ੀਅਨ ਦੇ ਲਈ। ਕੀ ਕਹੋਗੇ ਪ੍ਰਸਮਜੀਤ ਸਿੰਘ ਜੀ? ਦੇਖੋ, ਜਿਹੜੀ ਤਿੰਨ ਅੰਨਿਆਂ ਦੀ ਤੁਸੀਂ ਗੱਲ ਸ਼ੁਰੂ ਕੀਤੀ ਆ, ਨਿਆਂ, ਨੀਤੀ ਤੇ ਨੀਅਤ, ਇੱਕ ਸਵਾਲ ਤੇ ਲੋਕ ਕਰਨਗੇ ਹੀ ਨਾ ਕਿ ਤੁਸੀਂ ਇੰਨਾ ਚਿਰ ਬੀਜੇਪੀ 'ਚ ਬੈਠੇ ਰਹੇ, ਜਿਹਦੇ ਹੁਣ ਤੁਸੀਂ ਵਿਰੋਧ ਆ, ਉਹਨਾਂ ਦੀ ਨੀਤੀ ਕੀ ਸੀਗੀ? ਤੁਸੀਂ ਜਦੋਂ ਬੀਜੇਪੀ 'ਚ ਗਏ, ਕਿਆ ਨੀਤੀ ਦੇਖ ਕੇ ਗਏ ਸੀਗੇ, ਜਾਂ ਉਹ ਬਹੁਤ ਨਿਆਂ ਕਰਦੇ ਸੀ ਤਾਂ, ਤੇ ਹੁਣ ਉਹ ਅਨਿਆਂ ਵਾਲੇ ਹੋ ਗਏ? ਮੈਨੂੰ ਇਹ ਲੱਗਦਾ ਕਿ ਦੇਖੋ, ਇਹਦੇ 'ਚ ਰਾਈ ਨਹੀਂ ਕਿ ਉਹ ਉਹਨਾਂ ਦਾ ਇੱਕ ਪਾਪੂਲਰ ਚਿਹਰਾ ਆ ਔਰ ਲੋਕ ਉਹਨਾਂ ਨੂੰ ਚਾਹੁੰਦੇ ਵੀ ਆ। ਉਹਦਾ ਮੁੱਖ ਕਾਰਨ ਇਹ ਨਹੀਂ ਹੈ ਕਿ ਰਾਜਨੀਤਿਕ ਤੌਰ ਦੇ ਉੱਤੇ ਜਿਹੜਾ ਸਿੱਧੂ ਸਾਹਿਬ ਜਿਹੜੇ ਆ, ਉਹ ਉਹਨਾਂ ਨੇ ਆਪਣੇ ਕ੍ਰੈਡੈਂਸ਼ੀਅਲ ਪ੍ਰੂਵ ਕਰ ਦਿੱਤੇ ਆ, ਜਾਂ ਜੇ ਕਲੇਮ ਕਰਦੇ ਆ ਉਹਨਾਂ ਨੇ ਪ੍ਰੂਵ ਕਰਦੇ ਆ। ਉਹਨਾਂ ਦਾ ਸਭ ਤੋਂ ਵੱਡਾ ਦੋ ਗੱਲਾਂ ਜਿਹਦੇ ਕਰਕੇ ਪੰਜਾਬੀ ਸਾਰੇ ਉਹਨਾਂ ਨੂੰ ਦੇਸ਼ ਤੇ ਵਿਦੇਸ਼ ਵਿੱਚ ਬਹੁਤ ਪਸੰਦ ਕਰਦੇ ਆ, ਇੱਕ ਤੇ ਧੜੱਲੇਦਾਰੀ, ਐਂ ਦਬੰਗੀ ਹੋ ਕੇ ਗੱਲ ਕਰਨੀ, ਕਿਸੇ ਦੀ ਪਰਵਾਹ ਨਹੀਂ, ਕਿਸੇ ਦੇ ਬਿਲਕੁਲ ਨੇੜੇ ਦੇ ਆਦਿਆਂ ਤੱਕ ਵੀ ਪਰਵਾਹ ਨਹੀਂ ਕਰਨੀ, ਇਹ ਇੱਕ ਉਹਨਾਂ ਦੀ ਚੰਗੀ ਗੱਲ। ਦੂਜਾ, ਕਿਸੇ ਦਿਖਾ ਸਕਿਆ ਕੋਈ ਕਿ ਉਹ ਵੀ ਉਸੇ ਹੀ ਗੰਦਮੰਦ 'ਚ ਲੱਭਿਆ, ਜਾਂ ਜਿਹਨੂੰ ਕਹਿ ਲਓ ਤੁਸੀਂ ਕਰਪਸ਼ਨ ਜਾਂ ਹੋਰ ਕਿਸੇ ਕਿਸਮ ਦੀ ਠੱਗੀ ਠੋਰੀ ਦੇ ਵਿੱਚ ਜਿਸ ਕਿਸਮ ਦੇ ਬਾਕੀ ਪੋਲੀਟੀਸ਼ੀਅਨ ਜਾਂ ਪੋਲੀਟੀਕਲ ਪਾਰਟੀਆਂ ਦੇ ਉੱਤੇ ਲੱਗਦਾ ਹੈਗਾ। ਇਹ ਦੋ ਬਹੁਤ ਅੱਜ ਦੇ ਸਮੇਂ ਦੇ ਵਿੱਚ ਪੰਜਾਬ ਇਹਨਾਂ ਦੋਵਾਂ ਚੀਜ਼ਾਂ ਨੂੰ ਬਹੁਤ ਲੱਭ ਰਿਹਾ। ਪਰ ਸਵਾਲ ਸਾਰਾ ਹੈ ਕਿ ਤੁਸੀਂ ਪਾਰਟੀ ਨੂੰ ਭੰਡਦੇ, ਪਾਰਟੀਆਂ ਤੋਂ ਬਗੈਰ ਬਚਦੇ ਵੀ ਨਹੀਂ। ਕੀ ਫਿਰ ਤੁਹਾਨੂੰ ਸ਼ੁਰੂ ਤੋਂ ਹੀ ਡੇ 1 ਤੋਂ, ਜੇ ਤੁਸੀਂ ਬਿਲਕੁਲ ਸਿਸਟਮ ਤੋਂ ਬਾਹਰ ਰਹਿ ਕੇ ਇੱਕ ਨਵੀਂ ਚੀਜ਼ ਪੇਸ਼ ਕਰਨੀ ਚਾਹੁੰਦੇ ਆ, ਨੀਤੀ, ਨਿਆਂ ਤੇ ਨੀਅਤ ਵਾਲੀ ਗੱਲ ਸਾਰੀ ਕਰਨੀ ਚਾਹੁੰਦੇ ਆ, ਤਾਂ ਫਿਰ ਉਹ ਇੱਕ ਆਪਣੀ ਕਾਬਲੀਅਤ ਪ੍ਰੂਵ ਕਰਨੀ ਚਾਹੀਦੀ ਹੈ ਨਾ। ਉਸ ਨੂੰ ਤੁਸੀਂ ਪਾਰਟੀ ਦੇ ਅੰਦਰ, ਹੁਣ ਫਾਰ ਇੰਸਟੈਂਸ ਜਦੋਂ ਇਹਨਾਂ ਨੂੰ ਮਿਨਿਸਟਰੀ ਤੋਂ ਬਦਲਤਾ, ਇਹਨਾਂ ਨੂੰ ਮੇਰਾ ਖਿਆਲ ਜਿੱਥੇ ਤੱਕ ਮੈਨੂੰ ਯਾਦ ਹੈ ਬਿਜਲੀ ਵਾਲੀ ਮਿਨਿਸਟਰੀ, ਪਾਵਰ ਮਿਨਿਸਟਰੀ ਦਿੱਤੀ ਸੀਗੀ। ਪ੍ਰੂਵ ਕਰਦੇ ਕਿਤੇ ਛੋਟੀ ਮਿਨਿਸਟਰੀ ਆ, ਜਾ ਕੇ ਆਹ ਰੈਜ਼ੋਲੂਸ਼ਨ ਪਾਸ ਕਰਵਾਉਂਦੇ, ਇਹਨਾਂ ਨੂੰ ਕਹਿੰਦੇ, ਮਤਲਬ ਦੇਖੋ ਇਹਨਾਂ ਨੂੰ ਆ ਦਿੰਦੇ, ਇਹਨਾਂ ਨੂੰ ਕੰਮ ਕਰਨਾ, ਤੇ ਉਹਦਾ ਮਤਲਬ ਵਿੱਚ ਆਈ ਐਮ ਸੌਰੀ ਵਿੱਚੋਂ ਟੋਕ ਰਿਹਾ ਹੈ। ਆਪਾਂ ਬ੍ਰੇਕ ਤੇ ਵੀ ਜਾਣਾ ਹੈ, ਲੈਣੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਇਹਨਾਂ ਮੁੱਦਿਆਂ ਤੇ ਆ ਰਹੇ ਹਾਂ ਵਾਪਸ। ਨਜ਼ਰੀਆ ਦੀ ਡਿਬੇਟ ਦਰਸ਼ਕਾਂ ਦਾ ਸਵਾਗਤ। ਆਪਾਂ ਚਰਚਾ ਕਰ ਰਹੇ ਹਾਂ ਪੰਜਾਬ ਦੇ ਜੁੜੇ ਰਾਜਸੀ ਅਹਿਮ ਮੁੱਦਿਆਂ ਨੂੰ ਲੈ ਕੇ। ਪ੍ਰੋਫੈਸਰ ਮਨਜੀਤ ਸਿੰਘ ਜੀ, ਤੁਸੀਂ ਬ੍ਰੇਕ ਤੋਂ ਪਹਿਲਾਂ ਨਵਜੋਤ ਸਿੱਧੂ ਦੇ ਮੁੱਦੇ ਤੇ ਆਪਣੀ ਗੱਲ ਮੁਕੰਮਲ ਕਰ ਰਹੇ ਸੀ। ਬਿਲਕੁਲ ਸਿੱਧੂ ਸਾਹਿਬ, ਗੱਲ ਸਵਾਲ ਇਹੀ ਹੈ ਕਿ ਇਹਦੇ 'ਚ ਕੋਈ ਰਾਏ ਨਹੀਂ ਕਿ ਪੰਜਾਬ ਤਬਦੀਲੀ ਚਾਹੁੰਦੇ, 'ਚ ਇਹ ਵੀ ਕੋਈ ਦੋ ਰਾਏ ਨਹੀਂ ਕਿ ਜਿਹਨੂੰ ਅੱਜ ਕੱਲ੍ਹ ਸਾਡਾ ਹੀਰੋ ਹੈ, ਇਸ ਕੇਜਰੀਵਾਲ ਪੰਜਾਬ ਦੇ ਵਿੱਚ ਹੀਰੋ ਬਣ ਕੇ ਉੱਭਰਿਆ, ਉਸ ਦੀ ਹੀਰੋ ਨੇ ਜੋ ਗੁਲ ਖਿਲਾਏ ਉਹ ਆਪਾਂ ਦੇਖ ਰਹੇ ਹਾਂ। ਹੁਣ ਬਿਲਕੁਲ ਤਾਲਮੇਲ ਬੀਜੇਪੀ ਨਾਲ ਮਿਲਾ ਕੇ ਸਾਰਾ ਕੁਝ ਚੱਲ ਰਿਹਾ। ਹੁਣ ਤੇ ਮੀਟਿੰਗਾਂ ਵੀ, ਪਲੈਨਿੰਗ ਵੀ ਸਾਰੀ ਇਕੱਠੀ ਹੋ ਰਹੀ, ਜੋ ਕੁਝ ਹੋਇਆ ਉਹ ਆਪਾਂ ਨੂੰ ਰਿਪੀਟ ਕਰਨ ਦੀ ਲੋੜ ਨਹੀਂ। ਹੁਣ ਸਿੱਧੂ ਸਾਹਿਬ ਦਾ ਇੱਕ ਬਿਲਕੁਲ ਇਮੇਜ, ਮਜ਼ਬੂਤ ਇਮੇਜ ਹੈਗਾ। ਇੱਥੇ ਸਵਾਲ ਹੈ ਪਾਰਟੀਆਂ ਕਰਨਾ ਚਾਹੁਣਗੇ ਜਾਂ ਆਪਣੀ ਪਾਰਟੀ ਬਣਾਉਣਗੇ। ਜੇ ਤੇ ਉਹਨਾਂ ਨੇ ਇੱਧਰੋਂ ਉੱਧਰੋਂ ਨਿੱਕੜ ਥੁੱਕੜ ਕੱਟ ਕੇ ਕਰਨਾ, ਜਿਵੇਂ ਖੈਰੇ ਦਾ ਸਵਾਲ ਆਇਆ, ਟਕਸਾਲੀ ਆ, ਹੋ ਰਿਹਾ, ਇਹ ਤੇ ਸਵਾਲ ਹੀ ਨਹੀਂ ਪੈਦਾ ਹੁੰਦਾ। ਇਹ ਤੇ ਹੁਣ ਉੱਥੋਂ ਹੀ ਨਿਕਲੀ ਆ ਜਿਹੜੀ, ਜਾਂ ਫਿਰ ਕੀ ਉਹ ਇੱਕ ਨਵੀਂ ਪਾਰਟੀ ਬਣਾਏ, ਇਹ ਨਵੀਂ ਪਾਰਟੀ ਬਣਾ ਕੇ ਲੀਡ ਕਰਨ, ਜਾਂ ਉਹ ਸਿਰਫ ਆਪਣੀ ਉਹਦੇ ਇੱਕ ਆਪਣੀਆਂ ਵੋਟਾਂ ਦੇ ਨਾਲ, ਜਿਵੇਂ ਆਮ ਆਦਮੀ ਪਾਰਟੀ ਨੇ ਹਨੇਰੀ ਲਿਆ ਕੇ ਐਮਐਲਏ ਤੇ ਜਿਤਾ ਲਏ, ਫਿਰ ਉਹ ਨਾ ਉਹ ਆਪਣੇ ਐਮਐਲਏ ਇਕੱਠੇ। ਜੇ ਪਾਰਟੀ ਇਹਨਾਂ ਕੋਲ ਮਜ਼ਬੂਤ ਨਾ ਹੋਊਗੀ ਤੇ ਇੱਕ ਹਵਾ ਦੇ ਨਾਲ, ਮੰਨ ਲਓ ਇਹ ਚੀਫ ਮਿਨਿਸਟਰ ਮਿਨਿਸਟਰੀਆਂ ਦੇ ਵੀ ਦਿੰਦੇ, ਐਮਐਲਏ ਬਣ ਵੀ ਜਾਂਦੇ ਆ, ਉਹਨੂੰ ਸਾਰਿਆਂ ਨੂੰ ਕਿਵੇਂ ਇਕੱਠਾ ਰੱਖਣਗੇ ਲੱਕੜੀ ਨੂੰ, ਜਿਹੜੇ ਅਲੱਗ-ਅਲੱਗ ਕਿਸਮ ਦੇ ਲੈਵਲ ਦੇ ਲੋਕ ਆਉਣਗੇ। ਇਹ ਕਾਫੀ ਇੱਕ ਆਪਣੇ ਪੂਰਵਕ ਹੈ ਜੋ ਸਾਡੇ ਪਿਛਲੇ ਥੋੜੇ ਸਮੇਂ ਤੋਂ ਦਿਖਿਆ, ਸਾਡੇ ਸਾਹਮਣੇ ਦਿਖਿਆ। ਇਸ ਕਰਕੇ ਸਿੱਧੂ ਸਾਹਿਬ ਨੂੰ ਪਹਿਲਾਂ ਤੇ ਇੱਕ ਕੋਈ 10 ਬੰਦਿਆਂ ਦੀ ਕਮੇਟੀ ਬਣਾ ਕੇ ਸਲਾਹ ਮਸ਼ਵਰਾ ਲੈਣਾ ਚਾਹੀਦਾ, ਸੋਚਣਾ ਚਾਹੀਦਾ। ਲਈ ਜੇ ਕੋਈ ਸੋਚੂਗਾ ਕਿ ਮੈਂ ਜਿਹੜਾ ਕਰ ਲਊਂਗਾ, ਜਾਣੀ ਜਿਸ ਤਰ੍ਹਾਂ ਮੋਦੀ ਜੀ ਸੋਚਦੇ ਆ ਵੀ ਮੈਂ ਸਾਰੇ ਦਾ ਸਾਰੇ ਦੇਸ਼ ਨੂੰ ਇਕੱਲਾ ਹੀ ਖਿੱਚ ਕੇ ਲਿਜਾ ਸਕਦਾ, ਤੇ ਇਕੱਲੇ ਪੰਜਾਬ ਨੂੰ ਖਿੱਚ ਕੇ ਲੈ ਜਾਣਗੇ, ਇਹ ਕਾਫੀ ਜੋਖਮ ਭਰਿਆ, ਚੁਣੌਤੀਆਂ ਪੂਰਵਕ ਤੇ ਕਾਫੀ ਰਿਸਕੀ ਹੁੰਦਾ। ਇਹ ਗੱਲ ਤੇ ਸੋਚ ਲੈਣਾ ਚਾਹੀਦਾ ਸਿੱਧੂ ਸਾਹਿਬ ਜੀ। ਓਕੇ, ਥੈਂਕ ਯੂ ਪ੍ਰਾਸ਼ਾ ਜੀ। ਨਵਜੋਤ ਸਿੱਧੂ ਦੇ ਮੁੱਦੇ ਤੇ ਤੁਸੀਂ ਵੀ ਆਪਣੀ ਗੱਲ ਕਹਿ ਰਹੇ ਸੀ। ਖਾਸ ਤੌਰ ਤੇ ਪ੍ਰੋਫੈਸਰ ਮਨਜੀਤ ਸਿੰਘ ਨੇ ਜਿਸ ਮਾਮਲੇ ਤੇ ਲਿਆ ਕੇ ਗੱਲ ਦਾ ਹਥੌੜਾ ਝਾੜਿਆ, ਉਹਨਾਂ ਨੇ ਕਿਹਾ ਕਿ ਨਵਜੋਤ ਸਿੱਧੂ ਆਪਣੇ ਤੌਰ ਤੇ ਠੀਕ ਹੈ, ਪੰਜਾਬੀਆਂ 'ਚ ਪਾਪੂਲਰ ਹੈ, ਪਰ ਉਹਦੇ ਲਈ ਕੋਈ ਬੇਸ ਜਾਂ ਆਧਾਰ ਚਾਹੀਦਾ ਹੈ, ਜਿਸ ਜ਼ਾਬਤੇ 'ਚ ਰਹਿ ਕੇ ਜਿਸ ਪੰਜਾਬ ਬਾਰੇ ਸੋਚ ਰਿਹਾ, ਉਸ ਪੰਜਾਬ ਲਈ ਕੀ ਕਰਨਾ, ਉਹਦੇ ਲਈ ਇੱਕ ਧਿਰਤਾ ਮਜ਼ਬੂਤ ਖੜੀ ਕਰਨੀ ਪਏਗੀ।
ਕੀ ਕਹੋਗੇ ਪ੍ਰਾਸ਼ੇ ਜੀ? ਬਿਲਕੁਲ ਜਗਤਾਰ ਜੀ, ਮੈਂ ਭਗਤ ਸਾਹਿਬ ਦੀ ਗੱਲ ਨਾਲ ਬਿਲਕੁਲ ਸਹਿਮਤ ਹਾਂ ਕਿ ਅਗਰ ਨਵਜੋਤ ਸਿੰਘ ਸਿੱਧੂ ਸਾਰੀ ਪਾਰਟੀਆਂ ਛੱਡ ਕੇ ਆਪਣਾ ਨਵਾਂ ਸ਼ੁਰੂ ਕਰਦੇ ਹੈ ਤਾਂ ਦੈਟ ਵਿਲ ਬੀ ਲਾਈਕ ਰੀਇਨਵੈਂਟਿੰਗ ਦੀ ਵੀਲ, ਕਿ ਆਪਾਂ ਪਹੀਆ ਜਿਹੜਾ ਨਾ ਪਹਿਲੇ ਯਾਦ ਕਰੀਏ, ਫਿਰ ਉਹਨੂੰ ਤੋੜਨਾ ਸ਼ੁਰੂ ਕਰੀਏ, ਫਿਰ ਅੱਗੇ ਮੂਵਮੈਂਟ ਹੋਵੇ। ਬੈਸਟ ਇਹੀ ਹੈ ਕਿ ਜਿੱਥੇ ਜਿੱਥੇ ਜਿਸ ਪਾਰਟੀ ਦੇ ਵਿੱਚ ਹੈਗੇ ਹੈ ਤੇ ਜਿਹੜਾ ਇਸ ਵੇਲੇ ਪੋਲੀਟੀਕਲ ਸਿਸਟਮ ਹੈ ਉਹਦੇ ਵਿੱਚ ਰਹਿ ਕੇ ਹੀ ਜਿਹੜੀ ਆਪਣੀ ਜੋ ਜਦੋਜਹਿਦ ਕਰਨੀ ਹੈ ਉਹ ਕਰਨਗੇ, ਤਾਂ ਉਹਨਾਂ ਨਾਲ ਪਾਰਟੀ ਵੀ ਜੁੜ ਸਕਦੀ ਹੈ, ਬੰਦੇ ਜਿਹੜੇ ਹਮ ਖਿਆਲੀ ਹੈ ਉਹ ਨਾਲ ਆ ਜਾਣਗੇ ਔਰ ਗੱਡੀ ਅੱਗੇ ਚੱਲ ਸਕੇਗੀ। ਤਾਂ ਇਹਨੂੰ ਇਸ ਢੰਗ ਨਾਲ ਦੇਖ ਕੇ ਆਪਣਾ ਸੋਚ ਵਿਚਾਰ ਕਰਕੇ ਉਹਨੂੰ ਅੱਗੇ ਵਧਣਾ ਚਾਹੀਦਾ ਹੈ। ਇਕੱਲਾ ਜਿਹੜਾ ਬੰਦਾ ਹੈ ਉਹ ਕੁਛ ਜ਼ਿਆਦਾ ਨਹੀਂ ਕਰ ਸਕੇਗਾ, ਉਹ ਉਹਨਾਂ ਨੇ ਦੇਖ ਹੀ ਲਿਆ, ਉਹਨਾਂ ਦਾ ਪਿਛਲੇ 8-10 ਸਾਲ ਦਾ ਐਕਸਪੀਰੀਅੰਸ ਹੈ। ਨਾ ਬੀਜੇਪੀ 'ਚ ਇਕੱਲੀ ਉਹਨਾਂ ਦੀ ਚੱਲੀ ਹੈ, ਨਾ ਉਹਨਾਂ ਦੀ ਆਪਣੀ ਪਾਰਟੀ ਬਣਾ ਕੇ ਚੱਲੀ ਹੈ, ਉਹ ਨਾ ਹੀ ਕਾਂਗਰਸ ਪਾਰਟੀ ਵਿੱਚ ਇਕੱਲੇ ਜਿਹੜਾ ਅਗਰ ਚੱਲੋਗੇ ਤਾਂ ਤੁਸੀਂ ਆਪਣਾ ਕੋਈ ਗਰੁੱਪ ਕ੍ਰੀਏਟ ਕਰੋ, ਕੋਈ ਹਮ ਖਿਆਲੀ ਲਾਓ। ਔਰ ਇਸ ਗੱਲ ਦਾ ਖਿਆਲ ਰੱਖਣ ਦੀ ਲੋੜ ਹੈ ਕਿ ਜਿਹੜੇ ਮੌਕਾ ਪ੍ਰਸਤ ਬੰਦੇ ਹੈ, ਜਿਹੜੇ ਉਹਨਾਂ ਨੂੰ ਯੂਜ਼ ਕਰਕੇ ਆਪ ਅੱਗੇ ਹੋਣਾ ਚਾਹੁੰਦੇ ਹੈ, ਉਹਨਾਂ ਤੋਂ ਵੀ ਦੂਰੀ ਬਣਾ ਕੇ ਰੱਖਣ। ਇਹ ਸਾਰੀਆਂ ਗੱਲਾਂ ਨੂੰ ਧਿਆਨ 'ਚ ਰੱਖ ਕੇ, ਆਫਟਰ ਆਲ ਸਿਆਸਤ ਹੈ, ਸਿਆਸਤ ਨੂੰ ਸਿਆਸਤ ਦੇ ਰੂਲਸ ਦੇ ਮੁਤਾਬਿਕ ਹੀ ਖੇਡਣਾ ਪਏਗਾ। ਇਹੋ ਜਿਹੀ ਗੇਮ ਹੈਗੀ ਹੈ। ਉਹ ਤੁਸੀਂ ਜਿਹੜਾ ਖਿੱਦ ਕਹਿ ਦਿਓ ਜੀ ਮੈਂ ਠੀਕ ਹੈ ਬਾਕੀ ਮੇਰੇ ਪਿੱਛੇ ਲੱਗ ਜਾਣ, ਉਹ ਦੈਟ ਵਿਲ ਬੀ ਈਜ਼ੀਅਰ ਸੈਡ ਦੈਨ ਡਨ। ਇਸ ਤਰ੍ਹਾਂ ਨਹੀਂ ਹੋਏਗਾ, ਉਹਨਾਂ ਨੂੰ ਨਾਲ ਲੈ ਕੇ ਬੰਦੇ ਨੂੰ ਚੱਲਣਾ ਪੈਣਾ। ਬਿਲਕੁਲ ਠੀਕ ਜਨਾਬ, ਥੈਂਕ ਯੂ ਵੈਰੀ ਮਚ। ਹਰਕਮਲ ਜੀ, ਇੱਕ ਸਵਾਲ ਮੈਂ ਤੁਹਾਡੇ ਕੋਲੋਂ ਵੀ ਨਵਜੋਤ ਸਿੱਧੂ ਤੇ ਲੈਣਾ ਚਾਹਾਂਗਾ। ਜੋ ਪ੍ਰਾਸ਼ੇ ਜੀ ਨੇ ਕਮੈਂਟਸ ਕੀਤੇ ਆ, ਪ੍ਰੋਫੈਸਰ ਮਨਜੀਤ ਸਿੰਘ ਉਹਨਾਂ ਨੇ ਕਿਹਾ, ਜੇ ਆਪਾਂ ਗੱਲ ਕਰਦੇ ਹਾਂ ਨਵਜੋਤ ਸਿੱਧੂ ਨੇ ਇੱਕ ਗੱਲ ਬੜੀ ਸਪਸ਼ਟ ਕਹੀ ਹੈ ਕਿ ਜਿਹੜਾ ਪਿਛਲੇ 25 ਸਾਲ ਦਾ ਸਿਸਟਮ ਹੈ ਉਹਦਾ ਮਤਲਬ ਹੈ ਕਿ ਚਾਹੇ ਉਹਦੇ 'ਚ ਕੈਪਟਨ ਅਮਰਿੰਦਰ ਨਾਂ ਨਹੀਂ ਲਿਆ, ਕੈਪਟਨ ਅਮਰਿੰਦਰ ਆ ਜਾਂਦਾ, ਚਾਹੇ ਬਾਦਲ ਕੇ ਆ ਜਾਂਦੇ ਆ, ਚਾਹੇ ਦੂਜੇ ਆ ਜਾਂਦੇ ਆ, ਉਹਨੂੰ ਲੱਗਦਾ ਹੈ ਕਿ ਸਾਰਾ ਜਿਹੜਾ ਪਿਛਲੇ 25 ਸਾਲ ਦਾ ਨਿਜ਼ਾਮ ਹੈ, ਪੋਲੀਟੀਕਲ ਨੇਤਾ ਰਹੇ ਹੈ, ਉਹ ਕਰਪਸ਼ਨ ਦੇ ਵਿੱਚ ਗਲਗਲ ਰਹੇ ਹੈ ਔਰ ਆਪਣੇ ਨਿੱਜੀ ਹਿੱਤਾਂ ਦੀ ਪੂਰਤੀ ਲਈ ਉਹ ਸਮਝਦਾ ਕਿ ਨਵਾਂ ਪਲੇਟਫਾਰਮ ਜਿਹੜਾ ਮੁਹੱਈਆ ਕਰਨਾ ਚਾਹੁੰਦਾ, ਜਿਹਦੇ 'ਚ ਉਹਨੇ ਨੀਤੀ, ਨੀਅਤ ਤੇ ਨਿਆਂ ਦੀ ਗੱਲ ਕੀਤੀ ਹੈ। ਸੋ ਕਿਤੇ ਇਹ ਉਹਦੇ ਮੈਸੇਜ ਉਹ ਗੱਲ ਉੱਪਰ ਕੇ ਸਾਹਮਣੇ ਤੋਂ ਲੱਗਦਾ ਨਜ਼ਰ ਆ ਰਹੀ ਹੈ ਕਿ ਜਿਹੜੇ ਸਿਸਟਮ ਨੂੰ ਉਹ ਕਹਿ ਰਿਹਾ, ਜਿੱਦਾਂ ਤੁਸੀਂ ਵੀ ਕਮੈਂਟ ਕਰ ਰਹੇ ਹੋ, ਉਹ ਕਾਂਗਰਸ ਦੇ ਵਿੱਚ ਉਹ ਰਹਿ ਕੇ ਸਿਸਟਮ ਨਹੀਂ ਚਲਾ ਸਕਦਾ। ਪਹਿਲਾਂ ਅਕਾਲੀ ਦਲ, ਭਾਰਤੀ ਜਨਤਾ ਪਾਰਟੀ ਦਾ ਸਿਸਟਮ ਉਹਨੇ ਦੇਖ ਲਿਆ। ਸੋ ਲੱਗਦਾ ਹੈ ਕਿ ਉਹਨੂੰ ਸਿਸਟਮ ਤਾਂ ਨਵੇਂ ਸਿਰੇ ਤੋਂ ਪੰਜਾਬੀਆਂ ਦੀ ਮਦਦ ਦੇ ਨਾਲ, ਜਿੱਦਾਂ ਉਹਨੇ ਪ੍ਰਵਾਸੀ ਪੰਜਾਬੀਆਂ ਨੂੰ ਕਿਹਾ ਵੀ ਹੈ ਕਿ ਮੈਨੂੰ ਤੁਹਾਡੀ ਮਦਦ ਦੀ ਬੇਹੱਦ ਲੋੜ ਹੈ। ਸੋ ਲੱਗਦਾ ਕਿ ਸਮੁੱਚੇ ਪੰਜਾਬੀਆਂ ਦੇ ਹੁੰਗਾਰੇ ਦੇ ਨਾਲ ਕੋਈ ਨਵਾਂ ਸਿਸਟਮ ਖੜਾ ਕਰੇਗਾ ਤਾਂ ਹੀ ਉਸ ਦੇ ਸੁਪਨਿਆਂ ਦੀ ਪੂਰਤੀ ਹੋ ਸਕਦੀ ਹੈ। ਕਿਵੇਂ ਦੇਖਦੇ ਹੋ ਇਹ ਸਾਰੇ ਮਾਮਲੇ ਨੂੰ? ਜਗਤਾਰ ਜੀ, ਜਿਵੇਂ ਤੁਸੀਂ ਕਿਹਾ ਬਿਲਕੁਲ ਠੀਕ ਗੱਲ ਹੈ। ਤੁਸੀਂ ਦੇਖੋ ਬੀਜੇਪੀ 'ਚ ਉਹ ਰਿਹਾ, ਬੀਜੇਪੀ ਨਾਲ ਲੜਦਾ ਰਿਹਾ, ਬੀਜੇਪੀ ਨਾਲ ਉਹ ਸਹਿਮਤ ਨਹੀਂ ਸੀ, ਉਹਨਾਂ ਦੇ ਕਾਰਗੁਜ਼ਾਰੀ ਨਾਲ ਸਹਿਮਤ ਨਹੀਂ ਸੀ। ਅਕਾਲੀ ਭਾਈਵਾਲ ਸਨ, ਅਕਾਲੀ ਉਹਦੇ ਖਿਲਾਫ ਲੱਗੇ ਰਹੇ, ਲਗਾਤਾਰ ਉਹਨੂੰ ਹਮੇਸ਼ਾ ਡੈਮੇਜ ਕਰਨ ਦੀ ਕੋਸ਼ਿਸ਼ ਕਰਦੇ ਰਹੇ, ਚੁੱਕੇ ਅਕਾਲੀ ਉਹਨੂੰ ਪਸੰਦ ਨਹੀਂ ਸੀ ਕਰ ਰਹੇ। ਹੁਣ ਉਹ ਕਾਂਗਰਸ 'ਚ ਆ ਗਿਆ। ਕਾਂਗਰਸ 'ਚ ਵੀ ਅੱਜ ਜੋ ਅਸੀਂ ਦੇਖ ਰਹੇ ਹਾਂ, ਕਾਂਗਰਸ ਦੀ ਵੀ ਸਾਰੀ ਲੀਡਰਸ਼ਿਪ ਉਹਦੇ ਖਿਲਾਫ ਹੈ ਪੰਜਾਬ ਦੀ। ਜਿਹੜੇ ਕੋਈ ਮਾੜੇ ਮੋਟੇ ਕੋਈ ਇੱਕ ਦੋ ਬੰਦੇ ਉਹਦੇ ਹੱਕ 'ਚ ਵੀ ਨੇ, ਮੇਰੇ ਖਿਆਲ ਉਹਨਾਂ ਨੂੰ ਇਹ ਪਸੰਦ ਨਹੀਂ ਆ ਰਿਹਾ ਕਿ ਉਹ ਕੀ ਕਹਿ ਰਿਹਾ ਹੈਗਾ। ਕਾਰਨ ਜੋ ਨਵਜੋਤ ਸਿੱਧੂ ਗੱਲ ਕਹਿ ਰਿਹਾ ਉਹ ਬਿਲਕੁਲ ਠੀਕ ਹੈਗੀ ਹੈ ਕਿ ਸਾਡਾ ਜਿਹੜਾ ਪੋਲੀਟੀਕਲ ਸਿਸਟਮ ਹੈਗਾ, ਹਰ ਬੰਦਾ ਕੋਈ ਨਾ ਕੋਈ ਫਾਇਦਾ ਲੈਣ ਲਈ, ਕੋਈ ਨਾ ਕੋਈ ਜ਼ਾਤੀ ਗਰਜ਼ ਲਈ ਸਿਆਸਤ 'ਚ ਆਇਆ ਹੋਇਆ। ਲੋਕਾਂ ਨੂੰ ਮੇਰੇ ਖਿਆਲ 'ਚ ਜਿਹੜੀ ਸਿਆਸਤ ਲੋਕਾਂ ਨੇ ਇੱਕ ਦਿਨ 'ਚ ਹੀ ਅਮੀਰ ਬਣਨ ਲਈ ਇਹ ਇੱਕ ਰਸਤਾ ਉਹਨਾਂ ਨੇ ਇੱਕ ਲੱਭ ਲਿਆ, ਅਖਤਿਆਰ ਕੀਤਾ ਹੈ। ਔਰ ਨਵਜੋਤ ਸਿੱਧੂ ਇਸ ਸਾਰੀ ਗੱਲ ਨੂੰ ਪਸੰਦ ਨਹੀਂ ਕਰ ਰਿਹਾ। ਜਿਵੇਂ ਉਹਨੇ ਕਿਹਾ ਹੈਗਾ ਕਿ 25 ਸਾਲ 'ਚ ਜੋ ਕੁਝ ਹੋਇਆ ਹੈ ਉਹਦੇ ਤੋਂ ਸਪਸ਼ਟ 25 ਸਾਲ ਦਾ ਮਤਲਬ ਅਕਾਲੀ ਵੀ ਉਹਨੇ ਵਿੱਚ ਹੀ ਲਏ ਨੇ, ਕਾਂਗਰਸੀ ਵੀ ਵਿੱਚ ਹੀ ਲਏ ਨੇ, ਬੀਜੇਪੀ ਵੀ ਉਹਦੇ ਵਿੱਚ ਹੀ, ਸਾਰੇ ਉਹਦੇ ਵਿੱਚ ਆਉਂਦੇ ਨੇ। ਮੇਰੇ ਖਿਆਲ 'ਚ ਜੋ ਮੈਨੂੰ ਨਜ਼ਰ ਆ ਰਿਹਾ ਹੈ ਕਿ ਉਹ ਹੁਣ ਅਲਟੀਮੇਟਲੀ ਸਾਡੇ ਪੋਲੀਟੀਕਲ ਸਿਸਟਮ ਤੋਂ ਉਹਦਾ ਮਨ ਉਚਾਟ ਹੋ ਰਿਹਾ, ਨਾ ਖੁਸ਼ ਹੋ ਰਿਹਾ। ਉਹਨੂੰ ਲੱਗਦਾ ਕਿ ਜੇ ਮੈਨੂੰ ਕੱਲ ਨੂੰ ਇੱਥੇ ਮੁੱਖ ਮੰਤਰੀ ਵੀ ਬਣਾ ਦੇਣਗੇ ਤੇ ਟਿਕਟਾਂ ਤੇ ਕਾਂਗਰਸ ਹਾਈ ਕਮਾਂਡ ਨੇ ਦੇਣੀਆਂ ਨੇ। ਕਾਂਗਰਸ ਹਾਈ ਕਮਾਂਡ ਨੇ ਉਹਨਾਂ ਲੋਕਾਂ ਨੂੰ ਟਿਕਟਾਂ ਦੇਣੀਆਂ ਜਿਹੜੇ ਅੱਜ ਸਾਰੇ ਰੇਤ ਬਜਰੀ ਚੋਰੀ ਕਰ ਰਹੇ ਨੇ। ਵਿਧਾਨ ਕਰ ਤੇ ਉਹੀ ਰਹਿਣੇ ਨੇ, ਉਹ ਕੋਈ ਚੇਂਜ ਨਹੀਂ ਹੋ ਜਾਣੇ। ਨਵਜੋਤ ਦੇ ਕਹਿਣ ਤੇ ਬੜਾ ਜ਼ੋਰ ਮਾਰੇਗਾ, ਕੋਈ 10 ਚੇਂਜ ਕਰਾ ਲੇਗਾ, 5 ਕਰਾ ਲੇਗਾ। ਸੋ ਮੈਨੂੰ ਲੱਗਦਾ ਫਰਸਟ੍ਰੇਸ਼ਨ ਉਹਦੇ 'ਚ ਇਸ ਗੱਲ ਕਰਕੇ ਲਗਾਤਾਰ ਆ ਰਹੀ ਹੈ। ਉਹਨੂੰ ਇਹ ਨਜ਼ਰ ਆ ਰਿਹਾ ਹੈ ਕਿ ਕੱਲ ਨੂੰ ਇਹੀ ਐਮਐਲਏ ਜਿਹੜੇ ਅੱਜ ਕੈਪਟਨ ਅਮਰਿੰਦਰ ਤੋਂ ਲੁੱਟਮਾਰ ਦਾ ਮੌਕਾ ਮੰਗ ਰਹੇ ਨੇ, ਉਹਨੂੰ ਤੰਗ ਪਰੇਸ਼ਾਨ ਕਰਕੇ, ਕੱਲ ਨੂੰ ਮੇਰੇ ਤੋਂ ਵੀ ਜੇ ਮੈਂ ਮੁੱਖ ਮੰਤਰੀ ਬਣ ਵੀ ਜਾਣਾ, ਪਹਿਲੀ ਗੱਲ ਤੇ ਇਹ ਵੀ ਕਿ ਬਣੇਗਾ ਕਿ ਨਹੀਂ, ਪਰ ਜੇ ਬਣ ਵੀ ਜਾਏ ਤੇ ਉਹਨੂੰ ਇਹੀ ਐਮਐਲਏ ਕੱਲ ਨੂੰ ਤੰਗ ਕਰਨਗੇ, ਇਹਦੇ ਖਿਲਾਫ ਬਗਾਵਤ ਕਰਨਗੇ, ਰੌਲਾ ਪਾਉਣਗੇ ਜੇ ਉਹਨਾਂ ਨੂੰ ਲੁੱਟਮਾਰ ਦਾ ਮੌਕਾ ਨਹੀਂ ਮਿਲੇਗਾ। ਪਾਰਟੀ ਹਾਈ ਕਮਾਂਡ ਵੀ ਜਿਹੜੀ ਤੁਹਾਨੂੰ ਪਤਾ ਹੀ ਹੈ ਕਾਂਗਰਸ ਦੀ ਜਿਹੋ ਜਿਹੀ ਹੈਗੀ ਹੈ, ਉਹ ਵੀ ਹਰੇਕ ਸੂਬੇ ਤੇ ਚੀਫ ਮਿਨਿਸਟਰ ਤੋਂ ਪੈਸਾ ਮੰਗਦੇ ਨੇ। ਮੈਨੂੰ ਯਾਦ ਹੈ
ਸਰਦਾਰ ਹਰਚਰਨ ਸਿੰਘ ਬਰਾੜ ਹੁੰਦੇ ਸੀ ਸਾਡੇ ਸੀਐਮ, ਮੈਨੂੰ ਕਹਿੰਦੇ ਕਿ ਜਦੋਂ ਦਿੱਲੀ ਕਰੇ ਕਾਂਗਰਸ ਹਾਈ ਕਮਾਂਡ ਕੋਲ ਜਾਓ, ਉਹਨਾਂ ਨੂੰ ਲੱਗਦਾ ਹੈ ਵੀ ਸ਼ਾਇਦ ਇਹ ਹਾਜੀ ਮਸਤਾਨ ਆ ਗਿਆ, ਪਤਾ ਨਹੀਂ ਇਹ ਨੋਟਾਂ ਦੀਆਂ ਬੋਰੀਆਂ ਭਰ ਕੇ ਸਾਡੇ ਲਈ ਲਿਆਇਆ ਹੋਗਾ। ਹਰੇਕ ਬੰਦਾ ਤੁਹਾਡੇ ਤੋਂ ਚੀਫ ਮਿਨਿਸਟਰ ਤੋਂ ਪੈਸੇ ਮੰਗਦਾ। ਸਾਡਾ ਸਾਰਾ ਇੱਕ ਸਿਸਟਮ ਹੀ ਬਹੁਤ ਕਰਪਟ ਹੋ ਚੁੱਕਾ ਹੈ। ਹਰ ਬੰਦਾ ਜਿਹੜਾ ਹੈ ਉਹ ਸਮਝਦਾ ਕਿ ਜੇ ਤੁਸੀਂ ਤਾਕਤ ਚੋਂ, ਤੁਸੀਂ ਚੀਫ ਮਿਨਿਸਟਰ ਹੋ, ਤੁਸੀਂ ਮਿਨਿਸਟਰ ਹੋ, ਤੁਸੀਂ ਲੁੱਟਮਾਰ ਕਰ ਰਹੇ ਹੋ ਤਾਂ ਅੱਗੋਂ ਕੁਛ ਨਾ ਕੁਛ ਹਿੱਸਾ ਦਿਓਗੇ। ਉਹ ਮੈਨੂੰ ਲੱਗਦਾ ਕਿ ਨਵਜੋਤ ਲਈ ਇਹ ਸਾਰੇ ਸਿਸਟਮ ਦੇ ਵਿੱਚ ਆਪਣੇ ਆਪ ਨੂੰ ਐਡਜਸਟ ਕਰ ਪਾਉਣਾ ਬਹੁਤ ਮੁਸ਼ਕਲ ਹੋਏਗਾ। ਔਰ ਕੋਈ ਜਿਵੇਂ ਪ੍ਰਾਸ਼ਰ ਸਾਹਿਬ ਨੇ ਕਿਹਾ, ਇੱਕ ਨਵੀਂ ਪਾਰਟੀ ਨੂੰ ਖੜਾ ਕਰਨਾ ਕੋਈ ਬਹੁਤ ਆਸਾਨ ਕੰਮ ਨਹੀਂ ਹੈਗਾ, ਬਹੁਤ ਵੱਡਾ ਕੰਮ ਹੈ, ਬਹੁਤ ਔਖਾ ਕੰਮ ਹੈ। ਉਹ ਇਹ ਕੰਮ ਆਪਣੀ ਜ਼ਿੰਦਗੀ 'ਚ ਪੂਰਾ ਕਰ ਪਾਏਗਾ ਕਿ ਨਹੀਂ ਕਰ ਪਾਏਗਾ, ਨਵੀਂ ਪਾਰਟੀ ਖੜੀ ਕਰ ਸਕੇਗਾ, ਹਮਖਿਆਲ ਬੰਦੇ ਲੱਭ ਸਕੇਗਾ, ਲੱਭੇ ਜਾ ਸਕਦੇ ਨੇ, ਕੋਈ ਔਖੀ ਗੱਲ ਨਹੀਂ। ਮੈਂ ਮੰਨਦਾ ਕਿ ਪੰਜਾਬ 'ਚ ਇਹੋ ਜਿਹੇ ਬੰਦੇ ਬਹੁਤ ਹੋਣਗੇ ਜਿਹੜੇ ਇਮਾਨਦਾਰ ਨੇ, ਜਿਹੜੇ ਉਹਦੀ ਸੋਚ ਦੇ ਹਾਮੀ ਹੋ ਸਕਦੇ ਨੇ। ਹਰਕਮਲ ਜੀ ਹਰਕਮਲ ਜੀ, ਮੈਂ ਵਿੱਚੋਂ ਟੋਕ ਰਿਹਾ ਤੁਹਾਨੂੰ, ਤੁਸੀਂ ਲੰਬੇ ਸਮੇਂ ਤੋਂ ਪੰਜਾਬ ਨੂੰ ਕਵਰ ਕਰਦੇ ਰਹੇ। ਪੰਜਾਬ ਦਾ ਇੱਕ ਜਿਹੜਾ ਚੰਗਾ ਪੱਖ ਹੈ ਨਾ, ਜੇ ਕਹਿੰਦੇ ਕਿ ਪੰਜਾਬ ਦੇ ਵਿੱਚ ਫਸਲਾਂ ਬਹੁਤ ਵਧੀਆ ਹੁੰਦੀਆਂ, ਕਣਕ ਝੋਨਾ ਬਹੁਤ ਵਧੀਆ ਹੁੰਦਾ ਹੈ, ਪੰਜਾਬ 'ਚ ਇੱਕ ਪੋਲੀਟੀਕਲ ਖੇਤੀ ਵੀ ਆ, ਉਹ ਹੈ ਲਹਿਰਾਂ ਦੀ ਖੇਤੀ। ਇੱਥੇ ਲਹਿਰਾਂ ਦਾ ਵੀ ਬੜਾ ਜਿਹੜਾ ਹੈਗਾ ਪੰਜਾਬੀ ਹੰਗਾਰਾ ਭਰਦੇ ਹੈ। ਉਹਨਾਂ ਨੂੰ ਭਰੋਸਾ ਹੋਣਾ ਚਾਹੀਦਾ ਹੈ ਕਿ ਵੀ ਇਹ ਬੰਦਾ ਜਿਹੜਾ ਨੇਤਾ ਹੈਗਾ ਸਾਡੇ ਸੁਪਨਿਆਂ 'ਤੇ ਖਰਾ ਉਤਰੇਗਾ। ਫਿਰ ਤਾਂ ਉਹ ਪਿੱਛੇ ਲੱਗ ਕੇ ਤੁਰ ਪੈਂਦੇ ਆ, ਫਿਰ ਨਹੀਂ ਉਹ ਦੇਖਦੇ। ਮੈਂ ਤੁਹਾਡੀ ਗੱਲ ਦਾ ਜਵਾਬ ਲੈਣ ਤੋਂ ਪਹਿਲਾਂ ਇੱਕ ਛੋਟਾ ਜਿਹਾ ਜਿਹੜਾ ਹੈਗਾ ਸਟਾਂਸ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹੈ। ਜਦੋਂ ਸਿਮਰਨਜੀਤ ਸਿੰਘ ਮਾਨ ਨੇ ਪਾਰਲੀਮੈਂਟ ਦੀ ਇਲੈਕਸ਼ਨ ਲੜੀ ਸੀ ਤਰਨਤਾਰਨ ਤੋਂ, ਤਾਂ ਕਮਲ ਜੀ ਮੈਂ ਉਦੋਂ ਆਪ ਟ੍ਰਿਬਿਊਨ ਗਰੁੱਪ ਵੱਲੋਂ ਕਵਰ ਕਰਨ ਗਿਆ ਸੀ, ਤਾਂ ਸਾਰਾ ਤਰਨਤਾਰਨ ਸਿਮਰਨਜੀਤ ਮਾਨ ਦੇ ਮਗਰ ਪਾਗਲ ਹੋਇਆ ਫਿਰਦਾ ਸੀ। ਤੇ ਮੈਂ ਜਦੋਂ ਆ ਕੇ ਟ੍ਰਿਬਿਊਨ ਦੇ ਅੰਦਰ ਆਪਣੀ ਰਿਪੋਰਟਿੰਗ ਕੀਤੀ ਕਿ ਸਾਰਾ ਤਰਨਤਾਰਨ ਜਿਹੜਾ ਪਾਗਲ ਹੋਇਆ ਪਿਆ ਸਿਮਰਨਜੀਤ ਮਾਨ ਦੇ ਪਿੱਛੇ, ਤਾਂ ਮੈਨੂੰ ਟ੍ਰਿਬਿਊਨ ਵਾਲੇ ਪੁੱਛਦੇ ਵੀ ਕਿਤੇ ਜ਼ਿਆਦਾ ਤਾਂ ਨਹੀਂ ਲਿਖ ਦਿੱਤਾ। ਮੈਂ ਕਿਹਾ ਮੈਂ ਇਸ ਤੋਂ ਬਾਅਦ ਮੇਰੇ ਕੋਲੇ ਲਫ਼ਜ਼ ਨਹੀਂ, ਇਸ ਤੋਂ ਵੀ ਵਧੇਰੇ ਲਹਿਰ ਹੈ। ਸੋ ਇੱਕ ਗੱਲ ਜਿਹੜੀ ਮੈਂ ਇਹ ਘਟਨਾ ਦਾ ਜ਼ਿਕਰ ਕੀਤਾ ਹੈ ਕਿ ਪੰਜਾਬੀਆਂ 'ਚ ਇੱਕ ਚੰਗਾ ਪੱਖ ਇਹ ਹੈ, ਜੇ ਉਹਨਾਂ ਨੂੰ ਲੱਗ ਗਿਆ ਕਿ ਨਵਜੋਤ ਸਿੱਧੂ ਸਾਡਾ ਭਲਾ ਕਰ ਸਕਦਾ, ਉਹ ਇੱਕ ਲਹਿਰ ਦੇ ਤੌਰ ਤੇ ਤੁਰ ਹੀ ਪੈਂਦੇ ਹੈ। ਇਹ ਤਾਂ ਤੁਹਾਨੂੰ ਯਾਦ ਹੋਵੇਗਾ, ਬੁੱਢੇ ਲੋਕਾਂ ਨੂੰ ਸਾਰੀ ਰਾਤ ਪੈਸਿਆਂ ਤੇ ਸਿੱਕਿਆਂ ਨਾਲ ਤੋਲਦੇ ਰਹਿੰਦੇ ਸੀ ਤੇ ਪਿਸ਼ਾਬ ਦੇ ਬੰਨ ਵੀ ਪੈ ਜਾਂਦੇ ਸੀ ਉਹਨਾਂ ਨੂੰ, ਪਰ ਸਿੱਕਿਆਂ ਤੇ ਤੋਲੀ ਜਾਂਦੀ ਸੀ। ਇਹ ਤਾਂ ਪੰਜਾਬੀ ਹੈ, ਜੇ ਤੁਰ ਪਏ ਤਾਂ ਸ਼ਾਇਦ ਕੁਝ ਕਰ ਸਕਦੇ ਹੈ। ਜੀ ਬਿਲਕੁਲ ਠੀਕ ਹੈ ਤੁਹਾਡੀ ਗੱਲ ਜਗਤਾਰ ਜੀ। ਮੈਨੂੰ ਜੋ ਨਜ਼ਰ ਆ ਰਿਹਾ ਹੈ ਕਿ ਨਵਜੋਤ ਨੂੰ ਇਸ ਗੱਲ ਦਾ ਕੁਝ ਅਹਿਸਾਸ ਹੈਗਾ ਕਿ ਪੰਜਾਬੀਆਂ ਨੂੰ ਉਹਦੇ 'ਚ ਭਰੋਸਾ ਹੈਗਾ, ਪੰਜਾਬੀ ਉਹਨੂੰ ਪਸੰਦ ਕਰ ਰਹੇ ਨੇ, ਪੰਜਾਬੀ ਉਹਦੇ ਨਾਲ ਤੁਰਨਗੇ। ਮੈਨੂੰ ਲੱਗਦਾ ਕਿ ਉਹਨੂੰ ਆਪਣਾ ਇਹ ਪੋਟੈਂਸ਼ੀਅਲ ਨਜ਼ਰ ਆ ਰਿਹਾ ਹੈ। ਉਹਨੂੰ ਪਤਾ ਹੈ ਕਿ ਜੇ ਕਾਂਗਰਸ ਪਾਰਟੀ ਜਾਂ ਕਾਂਗਰਸ ਹਾਈ ਕਮਾਂਡ ਅੱਜ ਮੈਨੂੰ ਆਪਣੇ ਨਾਲ ਰੱਖਣਾ ਚਾਹੁੰਦੀ ਹੈ, ਉਹ ਆਪਣੀ ਇੱਕ ਮਜਬੂਰੀ ਸਮਝ ਰਹੀ ਹੈ ਕਿ ਅਸੀਂ ਨਵਜੋਤ ਨੂੰ ਨਾਰਾਜ਼ ਹੋ ਕੇ ਨਹੀਂ ਜਾਣ ਦੇਣਾ। ਉਹ ਮੇਰੇ ਖਿਆਲ 'ਚ ਉਹ ਮਹਿਸੂਸ ਕਰ ਰਿਹਾ ਹੈ ਕਿ ਮੇਰਾ ਲੋਕਾਂ ਤੇ ਕੋਈ ਅਸਰ ਹੈਗਾ, ਲੋਕਾਂ 'ਚ ਮੇਰਾ ਕੋਈ ਅਪੀਲ ਹੈਗੀ ਹੈ, ਲੋਕਾਂ 'ਚ ਮੇਰਾ ਕੋਈ ਇੱਜ਼ਤ ਮਾਨ ਹੈਗਾ। ਇਹ ਮੈਨੂੰ ਲੱਗਦਾ ਉਹਨੂੰ ਇੰਨੀ ਸਮਝ ਹੈਗੀ ਹੈ ਨਵਜੋਤ ਸਿੱਧੂ ਨੂੰ ਵੀ। ਔਰ ਹੋ ਸਕਦਾ ਹੈ ਕਿ ਉਹ ਜੇ ਉਹਨੂੰ ਪੋਲੀਟੀਕਲ ਕਿਸੇ ਪਾਰਟੀ 'ਚ ਜਿਵੇਂ ਕਾਂਗਰਸ 'ਚ ਐਡਜਸਟਮੈਂਟ ਨਹੀਂ ਮਿਲਦੀ, ਤੇ ਮੇਰੇ ਖਿਆਲ ਉਹ ਇਹ ਰਿਸਕ ਵੀ ਲੈ ਸਕਦਾ ਹੈ। ਦੇਖੋ ਮੈਨੂੰ ਜੋ ਲੱਗ ਰਿਹਾ ਕਿ ਉਹਦਾ ਜਿਸ ਬੰਦੇ ਦਾ ਇਹ ਨਿਸ਼ਾਨਾ ਪੈਸੇ ਕਮਾਣਾ ਜਾਂ ਕੋਈ ਜੋ ਕੁਝ ਬਾਕੀ ਪੋਲੀਟੀਕਲ ਪਾਰਟੀਆਂ ਕਰਦੀਆਂ ਉਹ ਜਿਹਾ ਨਹੀਂ ਹੈਗਾ, ਤੇ ਉਹ ਰਿਸਕ ਲੈ ਸਕਦਾ। ਕੋਈ ਔਖੀ ਗੱਲ ਨਹੀਂ, ਉਹ ਰਿਸਕ ਲੈ ਕੇ ਲੋਕਾਂ 'ਚ ਜਾ ਸਕਦਾ ਹੈ। ਉਹਨੇ ਅੱਗੇ ਵੀ ਲਿਆ, ਤੁਸੀਂ ਦੇਖਿਆ ਕਈ ਵਾਰੀ ਉਹਨੇ ਜਿਵੇਂ ਰਾਜ ਸਭਾ ਦੀ ਸੀਟ ਛੱਡਤੀ, ਪੰਜਾਬ ਦੀ ਮਿਨਿਸਟਰੀ ਛੱਡਤੀ, ਉਹਨੇ ਰਿਸਕ ਲਿਆ। ਔਰ ਉਹ ਇਹ ਵੀ ਰਿਸਕ ਲੈ ਸਕਦਾ ਕੱਲ ਨੂੰ ਪਾਰਟੀ ਛੱਡ ਕੇ ਆਪਣੀ ਨਵੀਂ ਪਾਰਟੀ ਬਣਾ ਕੇ, ਹੋ ਸਕਦਾ ਉਹਦੇ 'ਚੋਂ ਬਿਲਕੁਲ ਹੀ ਨਵੇਂ ਬੰਦੇ ਲਾਏ। ਇਹ ਵੀ ਪੋਸੀਬਲ ਹੋ ਸਕਦਾ ਹੈ ਕਿ ਉਹ ਕਹੇ ਕਿ ਮੈਂ ਟ੍ਰੈਡੀਸ਼ਨਲ ਪੋਲੀਟੀਸ਼ੀਅਨ ਕੋਈ ਨਹੀਂ ਨਾਲ ਲੈਣੇ, ਮੈਂ ਬਿਲਕੁਲ ਨਵੇਂ ਬੰਦੇ ਨਾਲ ਲੈ ਕੇ ਚੱਲਾਂਗਾ। ਉਹ ਇਹੋ ਜਿਹਾ ਵੀ ਰਿਸਕ ਲੈ ਸਕਦਾ, ਕੋਈ ਪਤਾ ਨਹੀਂ। ਨਵਜੋਤ ਸਿੰਘ ਕੋਈ ਨਵਾਂ ਕੰਮ ਵੀ ਕਰ ਸਕਦਾ ਹੈ। ਇਹ ਅਜੇ ਹਾਈਪੋਥੈਟੀਕਲ ਗੱਲ ਹੋਏਗੀ, ਲੇਕਿਨ ਅਜੇ ਅਸੀਂ ਕੁਝ ਨਹੀਂ ਕਹਿ ਸਕਦੇ। ਪਰ ਮੈਨੂੰ ਜੋ ਲੱਗ ਰਿਹਾ ਹੈ ਕਿ ਉਹ ਕੁਝ ਪੰਜਾਬ ਦੇ ਵਿੱਚ ਨਵਾਂ ਤਜਰਬਾ ਸਾਹਮਣੇ ਲੈ ਕੇ ਆਉਣਾ ਚਾਹੁੰਦਾ ਹੈ। ਸਿੱਧੂ ਸਾਹਿਬ, ਮੈਂ ਨਿੱਕੀ ਜੀ ਗੱਲ ਇੱਕ ਲਾਈਨ ਦੀ ਐਡ ਕਰਨੀ ਚਾਹੁੰਦਾ। ਇੱਕ ਲਾਈਨ ਦੀ ਪ੍ਰੋਫੈਸਰ ਮਨਜੀਤ ਸਿੰਘ ਜੀ, ਪ੍ਰੈਸ ਤੁਸੀਂ ਇੱਕ ਲਾਈਨ ਦਾ ਐਡ ਕਰਿਓ, ਪਰ ਨਾਲ ਮੈਂ ਇੱਕ ਸਵਾਲ ਵੀ ਤੁਹਾਡੇ ਕੋਲੋਂ ਲੈਣਾ ਚਾਹੁੰਦਾ। ਪਲੀਜ਼ ਆਪਣੀ ਗੱਲ ਵੀ ਕਿਉਂ ਤੇ ਮੇਰੇ ਸਵਾਲ ਦਾ ਜਵਾਬ ਵੀ ਦਿਓ। ਮੈਂ ਜਿਸ ਮੁੱਦੇ 'ਤੇ ਤੁਹਾਡੇ ਤੋਂ ਸਵਾਲ ਲੈਣਾ ਚਾਹੁੰਦਾ ਉਹ ਹੈਗਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ, ਜਿਸ ਦਾ ਆਪਾਂ ਸ਼ੁਰੂ ਤੋਂ ਜ਼ਿਕਰ ਕੀਤਾ ਹੈ, ਆਰਡੀਨੈਂਸਾਂ 'ਤੇ ਜਿਹੜੀ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਬੁਲਾਈ, ਸਾਰੇ ਕਿਸਾਨਾਂ ਨਾਲ ਡਟ ਕੇ ਖੜੇ ਹੋਣ ਦਾ ਅਮਰਿੰਦਰ ਨੇ ਵਾਅਦਾ ਤਾਂ ਕੀਤਾ ਹੀ ਹੈ। ਅਕਾਲੀ ਦਲ ਕਿਸ ਤਰ੍ਹਾਂ ਆਈਸੋਲੇਸ਼ਨ ਚਲਾ ਜਾ, ਕਿੱਦਾਂ ਦੀਆਂ ਮੁਸੀਬਤਾਂ ਉਹਨੂੰ ਆਉਣ ਵਾਲੇ ਦਿਨਾਂ 'ਚ ਇਸ ਮੁੱਦੇ 'ਤੇ ਪੈ ਰਹੀਆਂ, ਇਸ ਮੁੱਦੇ 'ਤੇ ਵੀ ਮੈਂ ਪ੍ਰੋਫੈਸਰ ਮਨਜੀਤ ਸਿੰਘ ਤੁਹਾਡੇ ਤੋਂ ਜਵਾਬ ਚਾਹਾਂਗਾ ਪਲੀਜ਼। ਹਾਂ, ਬਸ ਮੈਂ ਪਹਿਲੀ ਗੱਲ ਤੇ ਇੰਨੇ ਨਾਲ ਹੀ ਕਹਿਣਾ ਆ ਕਿ ਦੇਖੋ ਜਿਹੜੀ ਆਈਡੀਅਲ ਹਾਲਾਤ ਆ ਉਹ ਤੇ ਜੋ
ਉਹ ਕਲੇਮ ਕਰ ਰਹੇ ਆ ਔਰ ਜੋ ਉਹਨਾਂ ਦਾ ਪੋਟੈਂਸ਼ੀਅਲ ਹੈ ਸਿੱਧੂ ਸਾਹਿਬ ਦਾ, ਉਹ ਤੇ ਇਹ ਜਿਹੜੇ ਗਲੇ ਸੜੇ ਢਾਂਚੇ ਆ ਉਹਦੇ ਚੋਂ ਬਾਹਰ ਆ ਕੇ ਹੋਊਗਾ। ਨਹੀਂ ਤੇ ਢਾਂਚਾ ਉਹਨਾਂ ਨੂੰ ਖਦੇੜ ਦਊਗਾ, ਖਾ ਜਾਊਗਾ, ਬਿਲਕੁਲ ਕੁਝ ਨਹੀਂ ਕਰਨ ਦਊਗਾ। 2 ਵਾਰੀ ਉਹ ਆਪਣੀਆਂ ਉਂਗਲਾਂ ਕੱਢ ਚੁੱਕੇ। ਪਰ ਸਵਾਲ ਇਹਦੇ ਨਾਲ ਇਹ ਹੁੰਦਾ ਕਿ ਉਹ ਇਕੱਲੇ ਨਹੀਂ ਕਰ ਸਕਦੇ, ਉਹਨਾਂ ਨੂੰ ਟੀਮ ਬਣਾਉਣੀ ਪਊਗੀ, ਜੋ ਕਿ ਅਜੇ ਤੱਕ ਮੈਨੂੰ ਕਿਤੇ ਦਿਖ ਨਹੀਂ ਰਿਹਾ। ਉਹ ਬਹੁਤ ਜ਼ਰੂਰੀ ਹੁੰਦਾ, ਉਹਨਾਂ ਨੂੰ ਆਪਣੀ ਟੀਮ ਦਿਖਾਉਣੀ ਚਾਹੀਦੀ ਰਹੀ। ਇਹ ਗੱਲ ਤੇ ਮੇਰੀ ਜੀ ਬਿਲਕੁਲ ਉਸ ਮੁੱਦੇ ਤੇ ਆਓ। ਬਹੁਤ ਵਾਲੀ ਜਿਹੜੀ ਗੱਲ ਹੈ ਖੇਤੀਬਾੜੀ ਤਿੰਨੇ ਸੈਂਟਰ ਚੋਂ ਆਏ ਆ, ਉਹਦੀਆਂ ਬਹੁਤ ਹੀ ਸੀਰੀਅਸ ਇੰਪਲੀਕੇਸ਼ਨਸ ਆ ਨਵਜੋਤ ਸਿੰਘ ਸਿੱਧੂ ਦੀ ਰਾਜਨੀਤੀ ਨਾਲੋਂ ਵੀ। ਉਹ ਤੇ ਘਵਾੜਾ ਆਣ ਪਿਆ, ਇਹ ਤੇ ਹੈ ਨਾ ਸਧਾਰਨ ਦੀ ਗੱਲ। ਉਹਦੇ 'ਚ 3-4 ਗੱਲਾਂ ਜਿਹੜੀਆਂ ਸੈਂਟਰ ਨੇ ਬੜੀਆਂ ਖਤਰਨਾਕ ਕੀਤੀਆਂ। ਇੱਕ ਤੇ ਜਿਹੜੀ ਸਾਡੀ ਸਵੈਤਤਾ ਦੇ ਉੱਤੇ ਹਮਲਾ ਆ, ਸਾਡੀ ਮੰਡੀ ਬੋਰਡ ਦੀ ਜਿਹੜੀ ਇਨਕਮ ਆ 10-12 ਹਜ਼ਾਰ ਰੁਪਈਆ ਹੁੰਦਾ, ਉਹ 'ਚੋਂ ਚਲੇ ਜਾਊਗਾ, ਉਹ ਪ੍ਰਾਈਵੇਟ ਲੋਕਾਂ ਦੇ ਹੱਥ ਵਿੱਚ ਚਲੇ ਜਾਊਗਾ। ਕੰਟਰੈਕਟ ਤੇ ਖੇਤੀ ਸ਼ੁਰੂ ਕਰ ਦੇਣਗੇ। ਦੇਸ਼ ਦੇ ਅੰਦਰ 86% ਇਹੋ ਜਿਹੀ ਕਿਸਾਨੀ ਆ ਜਿਨ੍ਹਾਂ ਦੀ 5 ਏਕੜ ਜ਼ਮੀਨ ਆ, ਉਹ ਤਬਾਹੀ ਵੱਲ ਚਲੇ ਜਾਊਗੀ। ਇਹ ਆ ਉਹਦੇ ਰੈਪਰਕਸ਼ਨ। ਰਹੀ ਗੱਲ ਉਹਨਾਂ ਦੇ ਤੇ ਰਾਜਨੀਤੀ ਦੀ, ਮੈਨੂੰ ਲੱਗਦਾ ਕਿ ਜਿੰਨੀ ਕਾਂਗਰਸ ਨੇ ਕੀਤੀ ਆ, ਅਕਾਲੀ ਉਹਨੇ ਹੀ ਅੱਗੇ ਵੀ 2 ਮੌਕਿਆਂ 'ਚ ਜਿਵੇਂ ਉਹ ਗਏ ਜਾਂ ਪਿਛੜ ਗਏ ਬਹੁਤ। ਅਕਾਲੀ ਦਲ ਤੇ ਮੈਨੂੰ ਲੱਗਦਾ ਬਾਣੀ ਦੁਬਦਾ ਦਲ ਗਿਆ। ਉਹ ਅਕਾਲੀ ਦਲ ਨਹੀਂ, ਅਕਾਲੀ ਦਲ ਚੱਲਦਾ ਸੀਗਾ ਗੁਰੂ ਤੋਂ ਲੈ ਕੇ, ਪ੍ਰਮਾਤਮਾ ਤੋਂ ਸ਼ਕਤੀ ਲੈ ਕੇ, ਔਰ ਇੱਕ ਨਿਆਂ ਵਾਲੀ ਪੋਲਿਟਿਕਸ ਕਰਨ ਦੇ ਉੱਤੇ ਉਹ ਬਿਲਕੁਲ ਤੁਹਾਨੂੰ ਪਤਾ ਵੱਡੇ ਵੱਡੇ ਮੋਰਚੇ ਲਾਉਂਦੇ ਸੀਗੇ। ਪ੍ਰੋਫੈਸਰ ਜਿੱਦਾਂ ਤੁਸੀਂ ਗੱਲ ਕਰ ਰਹੇ ਹੋ ਕਿ ਅਕਾਲੀ ਦਲ ਨਹੀਂ ਦੁਬਦਾ ਅਕਾਲੀ ਦਲ ਬਣ ਗਿਆ ਹੈ, ਪਰ ਇਹ ਬਿਲਕੁਲ ਠੀਕ ਹੈ। ਆਉਣ ਵਾਲੇ ਦਿਨਾਂ 'ਚ ਇਹਦੇ ਲਈ ਬਹੁਤ ਵੱਡੀਆਂ ਚੁਣੌਤੀਆਂ ਖੜੀਆਂ ਹੋ ਸਕਦੀਆਂ ਦੁਬਦਾ ਅਕਾਲੀ ਦਲ ਨੂੰ, ਪੰਜਾਬ ਦੇ ਕਿਸਾਨੀ ਦੇ ਮੁੱਦਿਆਂ ਤੇ ਆਈਸੋਲੇਸ਼ਨ ਹੁੰਦੀ ਹੈ। ਜੀ ਚੁਣੌਤੀਆਂ ਦੀ ਸਭ ਤੋਂ ਪੁਰਾਣੀ ਦੀ ਕਿ ਸਾਰੀਆਂ 11 ਕਿਸਾਨ ਯੂਨੀਅਨਾਂ ਕੱਲ ਉਹ ਲਾਈਵ ਹੋ ਕੇ ਚੀਫ ਮਿਨਿਸਟਰ ਨੂੰ ਕਹਿ ਰਹੀਆਂ ਕਿ ਅਸੀਂ ਡਟੀਆਂ ਹੋਈਆਂ, ਅਸੀਂ ਤੇ ਬਿੱਲ ਨੂੰ ਇੱਥੇ ਘੁਸਣ ਨਹੀਂ ਦੇਣਾ। ਕੌਣੀ ਬੜੀ ਰਾਜਨੀਤੀ ਖੇਲੀ ਆ। ਅਕਾਲੀਆਂ ਨੂੰ ਇਹ ਗੱਲ ਕਿਉਂ ਨਹੀਂ ਸਮਝ ਪੈਂਦੀ? ਪਹਿਲਾਂ ਉਹਨਾਂ ਨੇ ਕਿਹਾ ਕਿ ਦੇਖੋ ਅਸੀਂ ਤੇ ਪਬਲਿਕਲੀ ਪ੍ਰੋਟੈਸਟ ਕਰਾਂਗੇ, ਫਤਿਹਗੜ੍ਹ ਸਾਹਿਬ 'ਚ ਪ੍ਰੋਟੈਸਟ ਕਰਤਾ, ਅੰਮ੍ਰਿਤਸਰ 'ਚ ਪ੍ਰੋਟੈਸਟ ਕਰਤਾ, ਫਿਰ ਸਾਂਝੀ ਪਾਰਟੀਆਂ ਦੀ ਮੀਟਿੰਗ ਕਰ ਲਈ, ਉਹਦੇ ਵਿੱਚ ਇਹਨਾਂ ਨੂੰ ਹੁੱਕਨ ਕਰ ਲਿਆ, ਇਹ ਉੱਥੇ ਚਲੇ ਵੀ ਗਏ, ਫੇਰ ਭੰਡੀ ਕੀਤਾ। ਅਸੈਂਬਲੀ ਸੱਦਾਂਗੇ ਜੀ, ਇਹ ਬਹੁਤ ਵੱਡੀ ਗੱਲ ਆ। ਅਸੀਂ ਅਸੈਂਬਲੀ 'ਚ ਇਹ ਤਾਂ ਸੱਦ ਕੇ ਤੇ ਅਸੀਂ ਕਰਾਂਗੇ। ਤੁਹਾਨੂੰ ਪਤਾ ਮੈਂ ਡੇ 1 ਤੋਂ ਇਸ ਗੱਲ ਤੇ ਕਹਿ ਰਿਹਾ ਕਿ ਇਹਦੇ ਤੇ ਅਸੈਂਬਲੀ ਦਾ ਸੈਸ਼ਨ ਹੋਣਾ ਚਾਹੀਦਾ। ਹੁਣ ਕੱਲ ਮੀਟਿੰਗ 'ਚ ਕਿ ਅਸੀਂ ਅਸੈਂਬਲੀ ਦਾ ਸੈਸ਼ਨ ਸੱਦਾਂਗੇ, ਉੱਥੇ ਮੈਂ ਕਹਿੰਦਾ ਲਾਈਵ ਟੈਲੀਕਾਸਟ ਵੀ ਕਰੋ। ਵੀ ਇਹਨਾਂ ਨੂੰ ਕਾਂਗਰਸ ਤੇ ਆਪਣੀ ਰਾਜਨੀਤੀ 'ਚ ਬਿਲਕੁਲ ਕਾਮਯਾਬ ਰਹੀ ਹੈ ਇਸ ਸਾਰੇ ਤਿੰਨੇ ਆਰਡੀਨੈਂਸਾਂ ਦੇ ਮਾਮਲੇ ਦੇ ਵਿੱਚ। ਅਕਾਲੀ ਦਲ ਝੂਠੇ ਜੇ ਲੇਮ ਜੇ ਐਕਸਕਿਊਜ਼ ਲੈ ਕੇ ਦੁਬਦਾ ਤੋਂ ਨਿਕਲਣਾ ਹੀ ਨਹੀਂ ਚਾਹੁੰਦਾ। ਉਹਨੂੰ ਬਥੇਰੇ ਮੌਕੇ ਦਿੰਦੇ ਆ, ਕਹਿੰਦੇ ਆ ਕਿ ਤੁਸੀਂ ਨਿਕਲ ਜਾਓ। ਉਹ ਦੁਬਦਾ ਦੇ ਵਿੱਚ ਜਿੰਨਾ ਨਿਕਲਣ ਦੀ ਕੋਸ਼ਿਸ਼ ਕਰਦੇ ਆ, ਉਹਨਾਂ ਉਹਦੇ ਵਿੱਚ ਹੋਰ ਧੱਕੇ ਜਾ ਰਹੇ ਆ ਲਗਾਤਾਰ। ਦੁਬਦਾ ਉਹਨਾਂ ਦੀ ਇਹੀ ਹੈ। ਉਹ ਅਜੇ ਵੀ ਉਹਨਾਂ ਨੂੰ ਆਰਡੀਨੈਂਸ ਨੂੰ ਕਹੀ ਜਾਂਦੀ ਹੈ ਠੀਕ ਹੈ, ਉਹਦੇ 'ਚ ਗਲਤ ਤੇ ਕੁਝ ਹੈ ਹੀ ਨਹੀਂ। ਇਹ ਉਲਟਾ ਕਾਂਗਰਸ ਕਹਿੰਦੇ ਆ ਕਿ 2017 ਦੇ ਵਿੱਚ ਇਹਨਾਂ ਨੇ ਵੀ ਤੇ ਮੰਡੀ ਬੋਰਡ ਦਾ ਜਿਹੜਾ ਐਕਟ ਜਿਹੜਾ ਨੂੰ ਉਹਦੇ 'ਚ ਫੜੇ ਲਾਉਣ ਲਈ ਪ੍ਰਾਈਵੇਟ ਕਰੇ ਕੀਤਾ ਸੀ, ਉਹਨੂੰ ਬਦਲਿਆ। ਭਾਈ ਤੁਸੀਂ ਕਾਂਗਰਸ ਦੇ ਜੋ ਕਾਂਗਰਸ ਨੇ ਕਰ ਰਹੀਆਂ ਉਹਦੀ ਨਕਲ ਥੋੜੀ ਕਰਨੀ ਹੈ। ਤੁਸੀਂ ਤੇ ਅਕਾਲੀ ਦਲ ਆ, ਰੀਜਨਲ ਪਾਰਟੀਆਂ, ਤੁਸੀਂ ਇੱਥੇ ਤੇ ਡਟ ਕੇ ਖੜੇ ਹੋ। ਤੁਸੀਂ ਆਪਣਾ ਜਿਹੜੀ ਕਾਂਗਰਸ ਕਰਤੂਤ ਕਰਦੀ ਹੈ ਉਹਦੇ ਤੋਂ ਤੁਸੀਂ ਆਪਣੀ ਪਾਲਿਸੀ ਬਣਾਉਣੀ ਆ। ਇਸ ਕਰਕੇ ਮੇਰਾ ਕਹਿਣਾ ਕਿ ਅਕਾਲ ਨੂੰ ਤੀਜੀ ਵਾਰੀ ਵੱਡਾ ਝਟਕਾ ਲੱਗਾ ਆ। ਮੈਨੂੰ ਲੱਗਦਾ ਨਹੀਂ ਇਹ ਕਦੋਂ ਕਿੱਥੋਂ ਉੱਠੂਗਾ, ਜਾਂ ਤੇ ਦੁਬਦਾ ਅਕਾਲੀ ਦਲ ਜਾਂ ਬੁੱਢਾ ਅਕਾਲੀ ਦਲ ਬਣ ਜਾਣਾ। ਓਕੇ, ਥੈਂਕ ਯੂ ਵੈਰੀ ਮਚ। ਟਕਸਾਲੀ ਤਾਂ ਪਹਿਲਾਂ ਹੀ ਬਾਹਰ ਚਲੇ ਗਏ ਪ੍ਰਾਸ਼ਾ ਜੀ। ਜਿਸ ਮਾਮਲੇ ਤੇ ਗੱਲ ਕਰ ਰਹੇ ਹਾਂ ਕਿ ਪੋਲੀਟੀਕਲ ਇਹਦਾ ਇੰਪਲੀਕੇਸ਼ਨ ਵੀ ਬਹੁਤ ਵੱਡੀ ਆ ਪੰਜਾਬ ਦੇ ਅੰਦਰ। ਜਿਸ ਤਰ੍ਹਾਂ ਕੈਪਟਨ ਅਮਰਿੰਦਰ ਨੇ ਸਟੈਂਡ ਲਿਆ, ਕੈਪਟਨ ਅਮਰਿੰਦਰ ਨੇ ਜਿੱਦਾਂ ਇੱਕ ਪੋਲੀਟੀਸ਼ੀਅਨ ਦੂਜੇ ਤੇ ਵਾਰ ਕਰਦਾ ਹੁੰਦਾ, ਕਹਿੰਦੇ ਹੀ ਆ ਇਹ ਗੱਲਾਂ ਕਿ ਮੈਂ ਕੋਈ ਵੀ ਕੁਰਬਾਨੀ ਦੇਣ ਲਈ ਤਿਆਰ ਹਾਂ। ਅਮਰਿੰਦਰ ਨੇ ਕਿਹਾ ਕਿਸਾਨ ਹਿੱਤਾਂ ਦੇ ਲਈ। ਤੇ ਲੱਗਦਾ ਫਿਰ ਇਹ ਅਕਾਲੀ ਦਲ ਲਈ ਬਹੁਤ ਵੱਡੀ ਇੱਕ ਚੈਲੰਜ ਬਣ ਰਿਹਾ, ਕਿਉਂਕਿ ਅੱਗੇ ਜਿਹੜੀ ਲੜਾਈ ਬਣਨੀ ਹੈ, ਜੇ ਕਿਸਾਨ ਜਥੇਬੰਦੀਆਂ ਵੀ ਅਕਾਲੀ ਦਲ ਦੇ ਖਿਲਾਫ ਚਲੀਆਂ ਜਾਂਦੀਆਂ, ਅਮਰਿੰਦਰ ਨਾਲ ਖੜਾ ਹੋ ਗਿਆ, ਅਕਾਲੀ ਦਲ ਖਿਲਾਫ ਜਾ ਕੇ ਜਿਹੜਾ ਸਟੈਂਡ ਲਿਆ, ਤੇ ਕਿਸ ਤਰ੍ਹਾਂ ਦੇਖਦੇ ਹੋ ਸਾਰੀ ਸਥਿਤੀ ਨੂੰ? ਜਗਤਾਰ ਜੀ, ਮੈਂ ਸਮਝਦਾ ਹਾਂ ਕਿ ਸਾਰੇ ਐਪੀਸੋਡ ਦੇ ਵਿੱਚ ਅਗਰ ਕਿਸੇ ਦੀ ਸਭ ਤੋਂ ਹਾਸੋਹੀਣੀ ਸਥਿਤੀ ਹੈਗੀ ਹੈ ਤਾਂ ਉਹ ਸ਼੍ਰੋਮਣੀ ਅਕਾਲੀ ਦਲ ਦੀ ਹੈ। ਮੈਂ ਪਿੱਛੇ ਜਿਹੇ ਆਪਣੀ ਅਖਬਾਰ ਦੇ ਵਿੱਚ ਇੱਕ ਲੇਖ ਵੀ ਲਿਖਿਆ ਸੀ, ਜਿਹੜਾ ਕਿ ਮੈਂ ਤੁਹਾਨੂੰ ਭੇਜਿਆ ਵੀ ਹੈ, ਕਿ ਅਕਾਲੀ ਦਲ ਦੀ ਸਥਿਤੀ ਹੈ ਵੈ ਕਿ ਰਨਿੰਗ ਵਿਦ ਦੀ ਹੇਅਰ ਇਨ ਦਿੱਲੀ ਐਂਡ ਹੰਟਿੰਗ ਵਿਦ ਦੀ ਹਾਊਂਡ ਇਨ ਪੰਜਾਬ। ਦਿੱਲੀ ਦੇ ਵਿੱਚ ਇਹਨਾਂ ਦੀ ਪੋਜੀਸ਼ਨ ਹੋਰ ਹੈ, ਪੰਜਾਬ ਜਾ ਕੇ ਇਹਨਾਂ ਦੀ ਪੋਜੀਸ਼ਨ ਹੋਰ ਜਾਂਦੀ ਹੈ। ਦਿੱਲੀ ਵਿੱਚ ਮੋਦੀ ਕੈਬਨਿਟ ਦੇ ਵਿੱਚ ਜਿਹਨੇ ਇਹ ਤਿੰਨੋਂ ਆਰਡੀਨੈਂਸ ਅਪਰੂਵ ਕੀਤੇ ਹੈ, ਉਹਦੇ ਵਿੱਚ ਇਹਨਾਂ ਦੀ ਨੁਮਾਇੰਦਗੀ ਔਰ ਪ੍ਰਧਾਨ ਦੀ ਜਿਹੜੀ ਪਾਰਟੀ ਦਾ ਪ੍ਰਧਾਨ ਹੈ ਉਹਨਾਂ ਦੀ
ਮਿਸਿਸ ਜਿਹੜੀ ਹੈ ਉਹਦੇ ਵਿੱਚ ਬਤੌਰ ਕੈਬਨਿਟ ਮਿਨਿਸਟਰ ਬੈਠੀ ਹੈ, ਉਹਨੇ ਅਪਰੂਵਲ ਦਿੱਤਾ ਹੈ। ਪੰਜਾਬ ਜਾ ਕੇ ਰੌਲਾ ਪਾ ਰਹੇ ਜੀ, ਇਹ ਜੀ। ਗਲਤ ਹੋ ਗਿਆ ਜੀ, ਇਹ ਨਹੀਂ ਹੋਵਾਂਗੇ, ਉਹ ਹੋਵਾਂਗੇ। ਆਪਣੇ ਆਪ ਨੂੰ ਹੈ ਸਭ ਤੋਂ ਜ਼ਿਆਦਾ ਕਿਸਾਨਾਂ ਦੇ ਲੰਬਰਦਾਰ, ਸਭ ਤੋਂ ਉਹਨਾਂ ਦੇ ਹਿੱਤਾਂ ਦੀ ਰਖਵਾਲੇ ਕਹਿੰਦੇ ਹੈ, ਲੇਕਿਨ ਜਿੱਥੇ ਉਹਨਾਂ ਦੇ ਹਿੱਤਾਂ ਉੱਤੇ ਹਮਲਾ ਹੋ ਗਿਆ ਉੱਥੇ ਫਿਰ ਆਏ ਬਾਏ ਛਾਏ ਕਰਦੇ ਆ। ਔਰ ਮੈਂ ਸਮਝਦਾ ਹਾਂ ਕਿ ਜਿਹੜੀ ਆਲ ਪਾਰਟੀ ਮੀਟਿੰਗ ਵੀ ਕੈਪਟਨ ਅਮਰਿੰਦਰ ਨੇ ਪਿਛਲੇ ਹਫ਼ਤੇ ਬੁਲਾਈ ਹੈ, ਉਹਦੇ ਵਿੱਚ ਸੁਖਬੀਰ ਸਿੰਘ ਬਾਦਲ ਬਹੁਤ ਬੁਰੀ ਤਰ੍ਹਾਂ ਉਲਝ ਗਏ। ਉਹਦੇ ਵਿੱਚ ਪਹਿਲੇ ਤਾਂ ਉੱਥੇ ਕੁਛ ਕਹਿ ਬੈਠੇ, ਉਹ ਜਿਹੜੇ ਵੀਡੀਓ ਰਿਕਾਰਡਿੰਗ ਜਿਹੜੀ ਇਹਨਾਂ ਨੂੰ ਦੱਸੀ ਗਈ, ਉਹ ਸਰਕਾਰ ਵੱਲੋਂ ਬਿਆਨ ਆਇਆ ਕਿ ਸਰਦਾਰ ਜੀ ਤੁਸੀਂ ਤਾਂ ਇੱਦਾਂ ਕਹਿ ਦਿੱਤਾ, ਉਹ ਕਹਿੰਦੇ ਨਹੀਂ ਉਹ ਕਲੈਰੀਫਿਕੇਸ਼ਨ ਦਿੱਤੀ, ਉਹਦਾ ਇੱਕ ਲੰਬਾ ਚੌੜਾ ਬਿਆਨ ਆਇਆ, ਉਹਦੇ ਨਾਲ ਵੀ ਕੰਮ ਨਹੀਂ ਮਿਲੀ। ਫਿਰ ਪਾਰਟੀ ਦੇ ਹੋਰ ਲੀਡਰਾਂ ਵੱਲੋਂ ਇੱਕ ਹੋਰ ਬਿਆਨ ਦਵਾਇਆ ਕਿ ਜੋ ਸੁਖਬੀਰ ਦਾ ਸਟੈਂਡ ਹੈ ਬਿਲਕੁਲ ਸਹੀ ਹੈ। ਮੈਂ ਸਮਝਦਾ ਹਾਂ ਕਿ ਆਹ ਜਿਹੜੇ ਤਿੰਨੋਂ ਆਰਡੀਨੈਂਸ ਜਾਰੀ ਹੋਏ ਹੈ, ਇਹ ਦੇਖੋ ਇਹ ਸੈਂਟਰ ਦੇ ਵਿੱਚ ਕਾਫੀ ਦੇਰ ਤੋਂ ਐਗਰੀਕਲਚਰ ਨੂੰ ਲੈ ਕੇ ਕਿ ਇਹਨੂੰ ਕਿਵੇਂ ਰਿਫਾਰਮ ਕੀਤਾ ਜਾਏ, ਕਾਫੀ ਦੇਰ ਤੋਂ ਅੰਦਰ ਖਾਤੇ ਬਹਿਸ ਚੱਲ ਰਹੀ ਸੀ। ਔਰ ਤੁਹਾਨੂੰ ਯਾਦ ਹੋਣਾ ਹੈ ਕਿ 2-4 ਸਾਲ ਪਹਿਲੇ ਇੱਕ ਸ਼ਾਂਤਾ ਕੁਮਾਰ ਕਮੇਟੀ ਵੀ ਬਣੀ ਹੋਈ ਸੀ, ਜਿਹਦੇ ਵਿੱਚ ਉਹਨਾਂ ਨੇ ਇਹ ਰਿਕਮੈਂਡ ਕੀਤਾ ਸੀ ਕਿ ਫੂਡ ਕਾਰਪੋਰੇਸ਼ਨ ਇੰਡੀਆ ਨੂੰ ਡਿਸਬੈਂਡ ਕਰਤਾ ਜਾਵੇ। ਉਹਨਾਂ ਦਾ ਇਹ ਕਹਿਣਾ ਸੀ ਕਿ ਇਹ ਜਿਹੜਾ FCI ਜਿਹੜੀ ਬਣਾਈ ਗਈ ਹੈ, ਇਹਦੇ ਨਾਲ ਇੱਕ ਤਾਂ ਜਿਹੜਾ MSP ਰਜੀਮ ਹੈ, ਔਰ ਜਾਂ ਪ੍ਰੈਜ਼ੈਂਟ ਜਿਹੜੀ ਕੰਫਰਟ ਜ਼ੋਨ ਹੈ ਕਿਸਾਨਾਂ ਲਈ ਕਿ ਤੁਸੀਂ ਪੈਦਾਵਾਰ ਕਰੋ, ਕੋਈ ਐਫੀਸ਼ੀਐਂਸੀ ਦੀ ਲੋੜ ਨਹੀਂ, ਪਾਣੀ ਖੁੱਲ੍ਹਾ, ਪਾਣੀ ਫ੍ਰੀ ਮਿਲ ਰਿਹਾ ਹੈ, ਬਿਜਲੀ ਫ੍ਰੀ ਮਿਲ ਰਹੀ ਹੈ, ਔਰ ਜੋ ਤੁਸੀਂ ਪ੍ਰੋਡਿਊਸ ਕਰਦੇ ਹੋ ਸਰਕਾਰ ਲੈ ਜਾਂਦੀ ਹੈ। ਉਹਦੇ ਨਾਲ ਜਿਹੜੀ ਹੈ ਕਰਪਸ਼ਨ ਵੀ ਫੈਲਦੀ ਜਾ ਰਹੀ ਹੈ, ਔਰ ਇਵਨ ਇਨਐਫੀਸ਼ੀਐਂਸੀ ਵੀ ਆ ਰਹੀ ਹੈ, ਔਰ ਜਿਹੜੀ ਓਵਰਆਲ ਪ੍ਰੋਡਕਸ਼ਨ ਜਿਹੜੀ ਲੋਕਾਂ ਦੇ ਵਿੱਚ ਨਵੇਂ ਤਰੀਕੇ ਕਲਟੀਵੇਸ਼ਨ ਦੇ ਆਉਣੇ ਚਾਹੀਦੇ, ਉਹਦੇ ਲਈ ਕੋਈ ਇਨਸੈਂਟਿਵ ਨਹੀਂ ਹੈ। ਇਹਨੂੰ ਇਸ ਕਰਕੇ FCI ਨੂੰ ਖਤਮ ਕੀਤਾ ਜਾਣਾ ਚਾਹੀਦਾ ਹੈ। ਸੋ ਉਸੇ ਚੀਜ਼ ਨੂੰ ਲੈ ਕੇ ਹੁਣ ਜਿਹੜੀ ਆਰਡੀਨੈਂਸ ਜਾਰੀ ਹੋਏ ਆ, ਉਹਦਾ ਮੈਂ ਸਮਝਦਾ ਜਿਹੜਾ ਸਭ ਤੋਂ ਵੱਡਾ ਜਿਹੜਾ ਅਸਰ ਪੈ ਰਿਹਾ ਹੈ ਉਹ ਹੈ ਕਿ ਇਨ ਦੀ ਲੌਂਗ ਰਨ ਜਿਹੜਾ MSP ਰਜੀਮ ਹੈ, ਮਿਨੀਮਮ ਸਪੋਰਟ ਪ੍ਰਾਈਸ ਰਜੀਮ ਹੈ, ਉਹ ਖਤਮ ਹੋ ਜਾਏਗਾ। ਉਹਦੇ ਅਗਰ ਉਹ MSP ਤਾਂ ਆਪਾਂ ਇਹ ਅੰਦਾਜ਼ਾ ਲਾ ਸਕਦੇ ਹਾਂ ਕਿ ਪੰਜਾਬ ਦੇ ਕਿਸਾਨੀ ਪੰਜਾਬ ਦੀ ਕੀ ਹਾਲ ਹੋਏਗਾ, ਕਿੱਥੇ ਜਾਏਗਾ। ਯੈਸ, ਬਿਲਕੁਲ ਠੀਕ। ਥੈਂਕ ਯੂ ਪ੍ਰਾਸ਼ੀ, ਥੈਂਕ ਯੂ ਹਰਕਮਲ ਜੀ। ਲਾਸਟ ਕਮੈਂਟ ਇਸ ਮੁੱਦੇ ਤੇ, ਤਿੰਨ ਖੇਤੀ ਆਰਡੀਨੈਂਸਾਂ ਦੀ ਗੱਲ ਕਰਦੇ ਹਾਂ। ਇੱਕ ਪਾਸੇ ਕੈਪਟਨ ਅਮਰਿੰਦਰ ਹੈ, ਕਿਸਾਨ ਜਥੇਬੰਦੀਆਂ, ਤੇ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਹੈ। ਇੱਕ ਜਗਤਾਰ ਜੀ ਪੰਜਾਬੀ ਦੀ ਕਹਾਵਤ ਹੈ, ਉਹ ਕਹਿੰਦੇ ਅੱਧੀਆਂ ਮੈਂ ਤੇਰੀ ਮਲਾਜੇਦਾਰਾ, ਅੱਧੀ ਮੈਂ ਗਰੀਬ ਜੱਟ ਦੀ। ਉਹ ਅਕਾਲੀ ਦਲ ਦੀ ਤੇ ਪ੍ਰੋਬਲਮ ਇਹ ਹੈ ਕਿ ਅੱਧੇ ਉਹ BJP ਦੇ ਨਾਲ, ਜੈਲਦਾਰ ਦੀ, ਅੱਧੇ ਉਹ ਪੰਜਾਬ ਵਾਲਿਆਂ ਦੇ ਨਾਲ, ਥੋੜਾ ਜਿਹਾ ਠੀਕ, ਜੈਲਦਾਰ ਦੀ, ਅੱਧੀਆਂ ਕਹਿੰਦੇ ਜੈਲਦਾਰ ਦੀ। ਹਾਂਜੀ। ਸੋ ਹੁਣ ਉਹਨਾਂ ਦੀ ਤੁਸੀਂ ਦੇਖੋ ਕਿ ਅਕਾਲੀ ਇਹੋ ਜਿਹੀ ਸਥਿਤੀ 'ਚ ਫਸ ਗਏ ਨੇ ਇਸ ਵੇਲੇ, ਨਾ ਤੇ ਉਹ ਸੈਂਟਰ ਦੀ ਵਜ਼ੀਰੀ ਛੱਡਣੀ ਚਾਹੁੰਦੇ ਨੇ, ਉਹ ਲਾਲਚ ਉਹਨਾਂ ਨੂੰ ਵਜ਼ੀਰੀ ਨਾਲ ਬੰਨ੍ਹ ਕੇ ਬੈਠਾ ਹੋਇਆ। ਦੂਜੇ ਪਾਸੇ ਉਹ ਕਿਸਾਨਾਂ ਨੂੰ ਵੀ ਨਾਲ ਰੱਖਣਾ ਚਾਹੁੰਦੇ ਨੇ, ਪੰਜਾਬੀਆਂ ਨੂੰ ਵੀ ਨਾਲ ਰੱਖਣਾ ਚਾਹੁੰਦੇ ਨੇ, ਉਹਨਾਂ ਤੋਂ ਵੀ ਬੇਮੁਖ ਨਹੀਂ ਹੋਣਾ ਚਾਹੁੰਦੇ। ਉਸ ਗੱਲ ਕਰਕੇ ਪੰਜਾਬ 'ਚ ਆ ਕੇ ਕੁਝ ਹੋਰ ਭਾਸ਼ਾ ਬੋਲ ਰਹੇ ਨੇ, ਦਿੱਲੀ 'ਚ ਕੁਝ ਹੋਰ ਬੋਲ ਰਹੇ ਨੇ, ਪਰ ਮੈਨੂੰ ਲੱਗਦਾ ਕਿ ਉਹ ਆਪਣੇ ਆਪ ਨੂੰ ਲਗਾਤਾਰ ਉਲਝਾਈ ਜਾ ਰਹੇ ਨੇ। ਔਰ ਅਲਟੀਮੇਟਲੀ ਤੁਸੀਂ ਦੇਖਿਓ ਸਥਿਤੀ ਇਹ ਆਏਗੀ, ਉਹ ਜਿਵੇਂ ਕਹਿੰਦੇ ਨਾ 100 ਗੰਢੇ ਵੀ ਖਾਦੇ ਤੇ 100 ਲਿੱਤਰ ਵੀ ਖਾਦੇ, ਇਹ ਉਸ ਪੋਜੀਸ਼ਨ 'ਚ ਆਉਣਗੇ ਅਕਾਲੀ। ਇਹਨਾਂ ਨੂੰ ਦਿੱਲੀ ਦੇ ਤੋਂ ਹੀ ਨੁਕਸਾਨ ਹੋਏਗਾ, ਇਹਨਾਂ ਨੂੰ ਦਿੱਲੀ ਵਾਲਿਆਂ ਨੂੰ ਵੀ ਨਾ ਕਹਿਣੀ ਪਏਗੀ ਕਿ ਨਹੀਂ ਜੀ ਅਸੀਂ ਤੁਹਾਡੇ ਨਾਲ ਬਿਲਕੁਲ ਸਹਿਮਤ ਨਹੀਂ ਹੈਗੇ। ਔਰ ਪੰਜਾਬ 'ਚ ਇਹਨਾਂ ਦੀ ਕ੍ਰੈਡੀਬਿਲਿਟੀ ਜਿਹੜੀ ਹੈ ਉਹ ਲਗਾਤਾਰ ਥੱਲੇ ਜਾ ਰਹੀ ਹੈ। ਮੇਰੇ ਖਿਆਲ ਅਕਾਲੀ ਦਲ ਦੀ ਜਿਹੜੀ ਮੌਜੂਦਾ ਲੀਡਰਸ਼ਿਪ ਹੈ ਉਹ ਬਿਲਕੁਲ ਇਸ ਗੱਲ ਨੂੰ ਸੋਚ ਨਹੀਂ ਰਹੀ ਕਿ ਉਹ ਕਿਸ ਢੰਗ ਦੇ ਨਾਲ ਚੱਲ ਰਹੇ ਨੇ, ਪੰਜਾਬੀ ਉਹਨਾਂ ਤੋਂ ਕਿੰਨੇ ਨਾਖੁਸ਼ ਨੇ, ਜਾਂ ਜਿਸ ਢੰਗ ਦੇ ਨਾਲ ਉਹ ਉਹਨਾਂ ਨੂੰ ਗੁੰਮਰਾਹ ਕਰਨ ਦੀ ਲੋਕਾਂ ਨੂੰ ਕੋਸ਼ਿਸ਼ ਕਰ ਰਹੇ ਨੇ, ਉਹਨਾਂ ਨੂੰ ਕਿੰਨਾ ਕੁ ਦਾ ਨੁਕਸਾਨ ਹੋ ਸਕਦਾ। ਥੈਂਕ ਯੂ ਹਰਕਮਲ ਜੀ। ਜਿਨ੍ਹਾਂ ਮੁੱਦਿਆਂ ਤੇ ਸਾਡੇ ਸੀਨੀਅਰ ਜਰਨਲਿਸਟ ਬੁੱਧੀਜੀਵੀਆਂ ਨੇ ਚਰਚਾ ਕੀਤੀ ਹੈ, ਹਰਕਮਲ ਜੀ, ਪ੍ਰੋਫੈਸਰ ਮਨਜੀਤ ਸਿੰਘ ਏਸਪ੍ਰਸ਼, ਤਿੰਨਾਂ ਦਾ ਮੈਂ ਤੁਹਾਡੇ ਸਾਰਿਆਂ ਵੱਲੋਂ ਧੰਨਵਾਦੀ ਹਾਂ। ਪੰਜਾਬ ਦੇ ਮੁੱਦਿਆਂ ਤੇ ਸੱਚ ਦੀ ਪੇਸ਼ਕਾਰੀ, ਉਮੀਦ ਹੈ ਤੁਹਾਨੂੰ ਜ਼ਰੂਰ ਜਿਹੜੀ ਇਹ ਡਿਬੇਟ ਪਸੰਦ ਆਏਗੀ, ਤੇ ਤੁਸੀਂ ਆਪਣੇ ਜਿਹੜੇ ਕਮਿਊਨੀਕੇਸ਼ਨ ਦੇ ਸੋਰਸਜ ਹੈ ਉਹਨਾਂ ਦੇ ਸ਼ੇਅਰ ਵੀ ਜ਼ਰੂਰ ਕਰੋਗੇ, ਤਾਂ ਕਿ ਇੱਕ ਪੰਜਾਬ ਦੀ ਚੀਜ਼, ਪੰਜਾਬ ਦਾ ਦਰਦ ਜਿਹੜਾ ਹੈਗਾ ਹਰ ਪੰਜਾਬੀ ਤੱਕ ਪਹੁੰਚਣਾ ਚਾਹੀਦਾ ਹੈ। ਇਸ ਦੇ ਨਾਲ ਹੀ ਮੈਂ ਤੁਹਾਡੇ ਕੋਲੋਂ ਲਵਾਂਗਾ ਇਜਾਜ਼ਤ। ਸਤਿ ਸ੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।